ये 4 साल पिछों बन गए तो इन्हों लगा कि मेरी तो प्रमोशन बड़ी फास्ट हो रही है तो मैं वापस जाना। तो साडी बेटी 1 महीने की हुई तो असीं वापस आ गए। सो 1 महीने साढ़े को बेटी की बर्थ हुई आ, ਉਹਦਾ अपना पासपोर्ट बनाना वा, टिकटा मैं लै लिया जितना का अपना पंजाबी काले मैं बुकिंग करवाती, मैं वेख जू हो जूगा सब कुछ। जर्मन लैंग्वेज क्या कहते PhD जैंटलमैन है, ਇਹਦੀ ਵਾਈਫ ਘਰਦਿਆਂ ਨੇ ਸਿਲੈਕਟ ਕੀਤੀ ਆ। ਹਾਂਜੀ। ਤੇ ਵਿਆਹ ਤੋਂ ਪਹਿਲਾਂ ਨੇ ਇੱਕ ਨਾ ਹੀ ਵੇਖਿਆ ਵਾ ਤੇ ਉਹ ਇਹਦੀ ਵਾਈਫ ਨੇ ਇਹਨੂੰ ਵੇਖਿਆ ਹੀ ਨਹੀਂ। ਹਾਂਜੀ। ਤੇ ਇਸ ਕਰਕੇ ਤੂੰ ਇਹਨੂੰ ਸਰਟੀਫਿਕੇਟ ਦੇ ਦੇ। ਇਸ ਤਰ੍ਹਾਂ ਬੇਟੀ ਦਾ ਬਰਥ ਸਰਟੀਫਿਕੇਟ ਲਿਆ। ਹਾਂਜੀ। ਨਹੀਂ ਚਿੱਠੀਆਂ 'ਚ ਗਲਤੀਆਂ ਕੱਢਦੇ ਸੀ ਕਿ ਤੁਹਾਡੇ 'ਚ ਵੀ ਕੱਢਦੇ ਸੀ ਇੰਨੀਆਂ ਨਿੱਕੇ ਨਿੱਕੇ? ਉਹ ਕਹਿੰਦੇ ਮੇਰੀ ਤਾਂ ਆਦਤ ਸੀ। ਉਹ 9 ਮਹੀਨੇ ਦੋਨੋਂ ਚੀਜ਼ਾਂ ਚੱਲਦੀਆਂ ਨੇ। मैं बहुत ना सॉरी किया होगा भी मैं, पर ये तकड़ी हिम्मत वाली ने सॉरी सूरी घट ही किया। ਵੈਸੇ ਹੈਰਾਨੀ ਦੀ ਗੱਲ ਹੈ। ਨਹੀਂ ਹੈ ਤਾਂ ਜੀ ਇਹੋ ਬਿਨਾਂ ਕੀਤੀ। ਹਾਂ, ਕੁੜੀਆਂ ਸ਼ਿਕਾਇਤ ਕਰਦੀਆਂ ਨੇ ਕਿ ਸਾਨੂੰ ਕੋਈ ਨਹੀਂ ਮਨਾਉਂਦਾ, ਅਸੀਂ ਹੀ ਮਨਾਉਂਦੇ ਆ। ਆਮ ਤੌਰ ਤੇ ਅਸੀਂ ਦੇਖਿਆ ਆ ਕਿ ਜਿੱਥੇ ਲੜਾਈਆਂ ਜ਼ਿਆਦਾ ਹੁੰਦੀਆਂ ਉੱਥੇ ਹੁੰਦਾ ਹੈ ਕਿ ਵਾਈਫ ਨੂੰ ਸਦਾ ਆਊਟਸਾਈਡਰ ਹੀ ਸਮਝਿਆ ਜਾਂਦਾ ਹੈ। ਵਾਈਫ ਤੇ ਕੁਝ ਨਹੀਂ ਹੋਈ ਨਾ, ਫਿਰ ਨਾ ਇਧਰ ਬਲੱਡ ਰਿਲੇਸ਼ਨ ਨੂੰ ਵੀ ਇੰਪੋਰਟੈਂਸ ਦੇਤੀ, ਦੋਸਤ ਨੂੰ ਵੀ ਦੇਤੀ, ਤੇ ਵਾਈਫ ਫਿਰ ਕਿੱਥੇ ਰਹੀ ਜਿਹੜੀ ਤਾਂ ਆਪਣਾ ਸਾਰਾ ਕੁਝ ਛੱਡ ਕੇ ਤੁਹਾਡੇ ਕੋਲ ਆ ਗਈ। ਫਿਰ ਪੂਰੇ ਤਾਨੇ ਮੇਣੇ ਚੱਲ ਰਹੇ ਸੀ ਚਿੱਠੀ? ਪੂਰੇ ਜੀ ਪੂਰੇ। ਉਹ ਇਹਨਾਂ ਦੀ ਇੱਕ ਗੱਲ ਹੋਰ ਆ, ਐਡੀਟਿੰਗ ਬਹੁਤ ਕਰਦੇ ਨੇ। ਅੱਛਾ ਜੀ। ਮੈਂ ਕੋਈ ਚਿੱਠੀ ਲਿਖਣੀ ਤੇ ਉਹ ਰੈੱਡ ਪੈਨ ਨਾਲ ਇਹਨਾਂ ਨੇ ਗਲਤੀਆਂ ਕਰਕੇ ਵਾਪਸ ਭੇਜਣੀ। ਅੱਛਾ ਜੀ। ਉਹ ਕਿਉਂ ਮੈਨੂੰ ਮਤਲਬ ਪੰਜਾਬੀ ਵੀ ਘੱਟ ਆਉਂਦੀ ਸੀਗੀ ਤੇ ਵੈਸੇ ਵੀ ਪਤਾ ਨਹੀਂ ਕੀ ਕੁਛ ਕੀ ਗਲਤੀ ਆ। ਇੱਕ ਵਾਰੀ ਮੇਰੇ ਕੋਲ ਮੇਰੀ ਭਾਬੀ ਬੈਠੀ, ਕਹਿੰਦੀ ਆਹ ਕੀ ਹੈ ਭੈਣ ਜੀ? ਮੈਂ ਕਿਹਾ ਮੇਰੀ ਚਿੱਠੀ ਆ, ਗਲਤੀਆਂ ਕੱਢ ਕੇ ਆਈ। ਕਹਿੰਦੇ ਹੈ ਵੀਰ ਜੀ ਉੱਥੇ ਬੈਠੇ ਵੀ ਗਲਤੀਆਂ ਕੱਢੀ ਜਾਂਦੇ, ਕਹਿੰਦੇ ਲਾਲ ਹੋਈ ਹੈ ਚਿੱਠੀ ਰੈੱਡ। ਸੋ ਇਹ ਐਡੀਟਿੰਗ ਬਹੁਤ ਕਰਦੇ ਨੇ ਹਰ ਇੱਕ ਚਿੱਠੀ ਦੀ ਨਾ। ਤੇ ਉਹ ਕੋਈ ਵੀ ਚੀਜ਼ ਹੋਵੇ, ਕੋਈ ਵੀ ਚੀਜ਼, ਤੇ ਉਹਦੀ ਇਹਨਾਂ ਨੇ ਬਹੁਤ ਨਿੱਕੀ ਨਿੱਕੀ ਮਨਿਊਟ ਗਲਤੀਆਂ ਕੱਢਣੀਆਂ, ਚਾਹੇ ਕਿਸੇ ਦਾ ਪੇਪਰ ਆ ਤੇ ਚਾਹੇ ਕਿਸੇ ਦਾ ਕੁਝ ਹੋਰ ਹੈ। ਉਹ ਇਸ ਤਰ੍ਹਾਂ ਦੀ ਇਹਨਾਂ ਦੀ ਆਦਤ ਹੈ ਕਿ ਉਹ ਬਹੁਤ ਜ਼ਿਆਦਾ ਨਹੀਂ ਸਹਿਜ ਕ੍ਰਿਟੀਕਲ ਹੋਣਾ ਪੈਂਦਾ ਵਾ। ਨਾਟ ਓਨਲੀ ਉਧਰ ਜਦੋਂ ਕੰਮ ਕਰਦੇ ਆ, ਜੇ ਧਿਆਨ ਨਾਲ ਵੇਖਾਂਗੇ ਨਹੀਂ, ਪਲਾਂਟ ਬਰੀਡਿੰਗ ਜਾਂ ਜੈਨੇਟਿਕਸ ਹੈ ਕੀ ਆ, ਮਕਈ ਦੇ ਵਿੱਚ ਬਰੀਡਿੰਗ ਜਿਹੜਾ ਕੰਮ ਕੀਤਾ, ਵੀ ਹੈਵ ਟੂ ਸਾਨੂੰ ਦੇਖਣਾ ਪੈਂਦਾ ਕਿ ਬੂਟੇ ਤੋਂ ਬੂਟੇ ਦਾ ਕਿਹੜਾ ਫਰਕ ਹੈ, ਕਿਹੜਾ ਬੂਟਾ ਠੀਕ ਹੈ, ਕਿਹੜੇ ਬੂਟੇ ਨੂੰ ਸੁੱਟ ਦਈਏ, ਕਿਹੜੇ ਬੂਟੇ ਨੂੰ ਰੱਖ ਲਈਏ। ਤੇ ਮੁੜ ਕੇ ਉੱਤੇ ਗਾਂ ਮੁੜ ਕੇ ਲਿਖਣਾ ਉਹਦੀ ਸਾਇੰਟੀਫਿਕ ਐਕਸਪਲੇਨੇਸ਼ਨ। ਤੇ ਜੇ ਤੁਸੀਂ ਠੀਕ ਨਹੀਂ ਦੇਖੋਗੇ, ਜੇ ਪਹਿਲੀ ਗੱਲ ਜੇ ਫੀਲਡ ਵਿੱਚ ਠੀਕ ਤਰੀਕੇ ਨਾਲ ਨਹੀਂ ਵੇਖੋਗੇ, ਕ੍ਰਿਟੀਕਲ ਨਹੀਂ, ਮੇਰੇ ਹਿਸਾਬ ਨਾਲ ਸਾਇੰਸ ਸਿੰਪਲੀ ਕ੍ਰਿਟੀਕਲ ਆਬਜ਼ਰਵੇਸ਼ਨ ਦੈਨ ਥਿੰਕਿੰਗ ਵਾਈ ਇਟ ਇਜ਼ ਸੋ। ਸੋ ਇਸ ਕਰਕੇ ਫਿਰ ਉਹ ਇਹ ਕਿਤੇ ਉਲਟੀ ਸਿੱਧੀ ਸੈਂਟੈਂਸ ਹੋ ਸਕਦਾ, ਮੈਨੂੰ ਲੱਗਦਾ ਹੋਵੇ ਉਲਟਾ ਸਿੱਧਾ ਜਿਹਨੇ ਨਾਂ ਲਿਖਿਆ ਹੋਵੇ ਜੋ ਵੀ। ਨਹੀਂ ਚਿੱਠੀਆਂ 'ਚ ਗਲਤੀਆਂ ਕੱਢਦੇ ਸੀ ਕਿ ਤੁਹਾਡੇ 'ਚ ਵੀ ਕੱਢਦੇ ਸੀ ਇੰਨੀਆਂ ਨਿੱਕੇ ਨਿੱਕੇ? ਉਹ ਕਹਿੰਦੇ ਮੇਰੀ ਤਾਂ ਆਦਤ ਸੀ। ਉਹ 9 ਮਹੀਨੇ ਦੋਨੋਂ ਚੀਜ਼ਾਂ ਚੱਲਦੀਆਂ ਨੇ। ਤੇ ਬਟ ਜਦੋਂ ਇਹ ਆ ਗਈ ਸਤੰਬਰ 'ਚ ਫਿਰ ਵੈਸੇ ਉੱਦਾਂ ਜਦੋਂ ਅਸੀਂ ਪੁਰਾਣੀਆਂ ਗੱਲਾਂ ਸੁਣਦੇ ਹੁੰਦੇ ਹਾਂ ਤਾਂ ਅਸੀਂ ਸੁਣਦੇ ਹੁੰਦੇ ਹਾਂ ਵੀ ਉਦੋਂ ਲੋਕਾਂ 'ਚ ਲੜਾਈਆਂ ਘੱਟ ਤਾਂ ਹੁੰਦੀਆਂ ਸੀ ਕਿਉਂਕਿ ਚਿੱਠੀਆਂ ਦੇ ਜ਼ਰੀਏ ਗੱਲਬਾਤ ਹੁੰਦੀ ਸੀ ਤੇ ਜਦੋਂ ਤੱਕ ਸਾਹਮਣੇ ਵਾਲੇ ਕੋਲ ਪਹੁੰਚਦੀ ਸੀ ਨਾਰਾਜ਼ਗੀ ਖਤਮ ਹੋ ਜਾਂਦੀ ਸੀ ਨਾ। ਨਹੀਂ ਉਹ ਨਾਰਾਜ਼ਗੀ ਪਹਿਲੀ ਚਿੱਠੀ ਤੋਂ ਸ਼ੁਰੂ ਹੋ ਗਈ ਨਾ ਕਿ ਉਹ ਮੇਰੇ ਸਾਥੀ ਦੀ ਤੇ ਫਟਾਫਟ ਉਹਦੇ ਚੋਂ ਚਾਹੁੰਦੇ ਨੇ ਚਿੱਠੀ ਆ ਜਾਂਦੀ ਸੀਗੀ, ਉਹਦੀ ਪਹਿਲਾਂ ਆ ਗਈ। ਇਹ ਬਿਮਾਰ ਸੀ, ਇਹਦੀ ਚਿੱਠੀ ਲੇਟ ਆਈ ਤੇ ਮੈਂ ਤੇ ਉਸੇ ਦਿਨ ਹੀ ਕਾਰਡ ਪਾਤਾ, ਕਾਰਡ ਫੜਿਆ ਉੱਥੋਂ ਗ੍ਰੀਟਿੰਗ ਕਾਰਡ ਤੇ ਉੱਥੇ ਲਿਖਤਾ ਕਿ ਪਹੁੰਚ ਗਏ ਤੇ ਉਹਨੇ ਅਗਲੇ ਦਿਨ ਜੀ ਅਗਲੇ ਦਿਨ ਪਾਇਆ। ਸੋ ਉੱਥੋਂ ਕੰਮ ਥੋੜ੍ਹਾ ਜਿਹਾ ਇਹਨੂੰ ਮਲੇਰੀਆ ਹੋ ਗਿਆ। ਮਲੇਰੀਆ ਵੈਸੇ ਉਦੋਂ ਹਾਂ ਮਲੇਰੀਆ ਹੋ ਗਿਆ। ਫਿਰ ਆਉਣ ਤੋਂ ਬਾਅਦ ਸਰ ਨੇ ਮਨਾਇਆ ਤੁਹਾਨੂੰ? ਨਹੀਂ ਮਨ ਨੂੰ ਜਾਂਦੇ ਰਹੇ ਆਪੇ ਮੰਨ ਜਾਂਦੇ ਆ, ਆਪੇ ਲੜ ਪੈਂਦੇ, ਸਾਨੂੰ ਕੋਈ ਬਣਾਉਣ ਵਾਲਾ ਨਹੀਂ ਆਉਂਦਾ। ਲੜਨ ਨੂੰ ਇਹ ਆ ਕਿ 4-5 ਸਾਲ ਨੂੰ ਮੈਨੂੰ ਮਹਿਸੂਸ ਹੈ, 4 ਸਾਲ 5 ਸਾਲ ਮਗਰੋਂ, ਇੰਝ ਕਿ ਪਹਿਲਾਂ ਲੜੇ ਰਹਿੰਦੇ ਹਾਂ ਕਿ 5 ਮਿੰਟਾਂ ਮਗਰੋਂ ਕਹਿੰਦੀ ਆ ਹੈ ਜੀ, ਕੋਈ ਵੀ ਪਹਿਲਾਂ ਗੱਲ ਹੋਈ ਆ ਤੇ ਮੈਂ ਐਵੇਂ ਸੋਚੀ ਜਾਂਦਾ। ਉਹ ਇਹ ਜਿੱਦਣ ਦੀ ਸੋਚ ਆ ਗਈ ਤੇ ਫਿਰ ਮੈਂ ਇਹਨੂੰ ਮੁੜ ਕੇ ਮਨਾ ਦਿੰਦਾ ਰਿਹਾ। ਮੈਂ ਬਹੁਤ ਨਾ ਸੌਰੀ ਕਿਹਾ ਹੋਊਗਾ ਵੀ ਮੈਂ, ਪਰ ਇਹ ਤਕੜੀ ਹਿੰਮਤ ਵਾਲੀ ਨੇ ਸੌਰੀ ਸੂਰੀ ਘੱਟ ਹੀ ਕਿਹਾ। ਵੈਸੇ ਹੈਰਾਨੀ ਦੀ ਗੱਲ ਹੈ। ਨਹੀਂ ਤਾਂ ਜੀ ਇਹੋ ਬਿਨਾਂ ਕੀਤੀ। ਹਾਂ, ਕੁੜੀਆਂ ਸ਼ਿਕਾਇਤ ਕਰਦੀਆਂ ਨੇ ਕਿ ਸਾਨੂੰ ਕੋਈ ਨਹੀਂ ਮਨਾਉਂਦਾ, ਅਸੀਂ ਹੀ ਮਨਾਉਂਦੇ ਆ।
ਨਹੀਂ ਇਸ ਤਰ੍ਹਾਂ ਦੀ ਕੋਈ ਸਾਡੇ ਆਈ ਨਹੀਂ ਗੱਲ ਹਾਲੇ ਤੱਕ ਤੇ ਆਪਸ ਵਿੱਚ ਆਪੇ ਲੜ ਲਈਦਾ ਆਪੇ ਮੰਨ ਜਾਈਦਾ ਕਿਸੇ ਹੋਰ ਨੂੰ ਮਨਾਉਣ ਆਉਣ ਵਾਸਤੇ ਜ਼ਰੂਰਤ ਨਹੀਂ ਨਹੀਂ ਹੈ ਹੀ ਦੋ ਜਣੇ ਇਕੱਲੇ ਸਾਂ ਪਿੰਡ ਵਾਲੇ ਤੇ ਪਿੰਡ ਸੀ ਯਾਰ ਦੋਸਤ ਆਪਣੇ ਅੱਡੋ ਅੱਡ ਆਪਣੇ ਘਰਾਂ 'ਚ ਰਹਿੰਦੇ ਸੀਗੇ ਹਾਂਜੀ ਤੇ ਇਹ ਨਹੀਂ ਗੱਲ ਯਾਰਾਂ ਦੋਸਤਾਂ ਨਾਲ ਖੁੱਲ੍ਹ ਕੇ ਗੱਲ ਕਰ ਲਈਦੀ ਸੀ ਉਹ ਵੀ ਇੱਕ ਆਇਆ ਫਰੈਂਡ ਇੱਕ ਦਿਨ ਤੇ ਉਹਨੇ ਕਿਹਾ ਪਤਾ ਨਹੀਂ ਕੀ ਗੱਲ ਹੋਈ ਉਹ ਦਿਨ ਉਹਨੇ ਕਿਹਾ ਕਹਿੰਦਾ ਪਰ ਪੰਮੀ ਕਹਿੰਦੇ ਸੀ ਪੰਮੀ ਤੂੰ ਹਰ ਮਹੀਨੇ 'ਚ ਇੱਕ ਵਾਰ ਜਾਂਦੀ ਹੋਏਗੀ ਪੇਕੇ ਸਹੁਰੇ ਇਹ 6 ਮਹੀਨੇ ਇੱਕ ਵਾਰ ਸਹੁਰੇ ਜਾਂਦਾ ਹੋਊ ਇਹ ਤੁਸੀਂ ਸੋਚੋ ਕਿ ਸਹੁਰਿਆਂ ਕਰਕੇ ਲੜਨਾ ਵਾ ਜਾਂ ਤੁਸੀਂ ਜਿਹੜਾ ਬਾਕੀ ਆਪਣੇ ਕੋਲ ਨਾਲ ਇਕੱਠੇ ਰਹਿਣਾ ਦੈਟ ਵਾਸ ਆਈ ਵਿਲ ਸੇ ਬਹੁਤ ਵਧੀਆ ਸਭ ਕੁਝ ਨੇ ਦਿੱਤਾ ਸਾਨੂੰ ਹਾਂਜੀ ਮੈਮ ਜਿੱਦਾਂ ਸਰ ਤਾਂ ਬਹੁਤ ਬਿਜ਼ੀ ਰਹੇ ਹਨਾ ਜਦੋਂ ਆਪਾਂ ਸਰ ਬਾਰੇ ਸੁਣਦਾ ਤਾਂ ਇਹ ਵੀ ਆਪਣੇ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਰੁੱਝੇ ਰਹਿੰਦੇ ਸੀ ਤਾਂ ਇਹਨਾਂ ਚੀਜ਼ਾਂ ਨੇ ਕਦੀ ਤੁਹਾਨੂੰ ਮਹਿਸੂਸ ਕਰਾਇਆ ਵੀ ਜੇ ਇਹਨਾਂ ਦਾ ਪ੍ਰੋਫੈਸ਼ਨ ਹੋਰ ਹੁੰਦਾ ਤਾਂ ਸ਼ਾਇਦ ਤੁਹਾਡਾ ਜਿਹੜਾ ਆਪਸੀ ਤਾਲਮੇਲ ਆ ਜਾਂ ਤੁਸੀਂ ਇੱਕ ਦੂਜੇ ਨੂੰ ਜ਼ਿਆਦਾ ਸਮਾਂ ਦੇ ਪਾਉਂਦੇ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਆਇਆ ਕਿਉਂਕਿ ਸਾਡੇ ਘਰ 'ਚ ਮੇਰੇ ਫਾਦਰ ਵੀ ਇਸੇ ਤਰ੍ਹਾਂ ਹਾਰਡ ਵਰਕਿੰਗ ਸੀਗੇ ਹਾਂਜੀ ਪਰ ਫਰਕ ਖਾਲੀ ਇਹ ਸੀਗਾ ਕਿ ਇਹ ਚਲੇ ਜਾਂਦੇ ਸੀਗੇ ਫੀਲਡ 'ਚ ਤੇ ਮੈਨੂੰ ਐਗਰੀਕਲਚਰ ਦਾ ਕੋਈ ਨੌਲੇਜ ਨਹੀਂ ਸੀਗਾ ਵੀ ਉੱਥੇ ਕੀ ਹੁੰਦਾ ਆ ਕਿਉਂ ਕਿਸ ਤਰ੍ਹਾਂ ਦਾ ਫੀਲਡ ਹੋਊਗਾ ਮੇਰੇ ਫਾਦਰ ਰੂਮ 'ਚ ਬੈਠ ਕੇ ਕੰਮ ਕਰਦੇ ਸੀ ਉਹਨਾਂ ਦੀ ਸਟੱਡੀ ਦੇ ਵਿੱਚ ਕੰਮ ਉਹ ਵੀ ਇਸੇ ਤਰ੍ਹਾਂ ਹੀ ਕਰਦੇ ਸੀਗੇ ਕਾਫੀ ਹਾਰਡ ਵਰਕਿੰਗ ਸੀਗੇ ਇਸ ਕਰਕੇ ਸ਼ਾਇਦ ਸਾਨੂੰ ਫਰਕ ਨਹੀਂ ਪਿਆ ਕਿਉਂਕਿ ਘਰ 'ਚ ਐਟਮੋਸਫੀਅਰ ਉਸ ਤਰ੍ਹਾਂ ਦਾ ਰਿਹਾ ਤੇ ਬਈ ਇਹ ਕੰਮ ਕਰਨ ਜਾਂਦੇ ਲੇਟ ਆਉਂਦੇ ਹਾਂ ਹੁੰਦਾ ਸੀਗਾ ਬਹੁਤ ਕਿਉਂਕਿ ਮੈਂ ਦੇਖਿਆ ਕਿ ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਕੋਈ ਜ਼ਿਆਦਾ ਪਰਵਾਹ ਨਹੀਂ ਕਰਦੇ ਕਿ ਬੰਦਾ ਲੇਟ ਆਇਆ ਤੇ ਕਿਉਂ ਆਇਆ ਸ਼ਹਿਰਾਂ ਦੇ ਵਿੱਚ ਬਹੁਤ ਕਰਦੇ ਨੇ ਤੇ ਇਸ ਕਰਕੇ ਜੇ ਮੈਂ ਕਦੀ ਘਬਰਾਉਂਦੀ ਨਾ ਕਿ ਬਈ ਦਿਮਾਗ 'ਚ ਇਹੋ ਹੁੰਦਾ ਕਿ ਐਕਸੀਡੈਂਟ ਨਾ ਕਿਤੇ ਹੋ ਗਿਆ ਹੋਵੇ ਉਦੋਂ ਫੋਨ ਵੀ ਨਹੀਂ ਸੀ ਹੁੰਦੇ ਤੇ ਇਹ ਮੇਰੇ ਨਾਲ ਜੇ ਮੈਨੂੰ ਕਹਿੰਦੀ ਵੀ ਤੁਸੀਂ ਇੰਨੀ ਲੇਟ ਆਏ ਜੋ ਇਹ ਅੱਗੋਂ ਲੜ ਪੈਂਦੇ ਮੇਰੇ ਨਾਲ ਕਹਿੰਦੇ ਮੈਂ ਕਿਤੇ ਮਰ ਗਿਆ ਸਾਂ ਤੇ ਨਹੀਂ ਉਹ ਦੁਨਿਆਤੀ ਹੋਈ ਬਹੁਤ ਜ਼ਿਆਦਾ ਪਰ ਪਹਿਲੀ ਗੱਲ ਜਿਹੜੀ ਹੈ ਨਾ ਜਦੋਂ ਇਹਨੇ ਕਿਤੇ ਯਾਰਾਂ ਦੋਸਤਾਂ ਨਾਲ ਗੱਲ ਨਹੀਂ ਜਾਂ ਉਤਰਾ ਨਹੀਂ ਨਾਰਾਜ਼ਗੀ ਹੋਣੀ ਤੇ ਕਹਿਣਾ ਜਿਹੋ ਜਿਹਾ ਮੇਰਾ ਪਿਓ ਇਹੋ ਜਿਹਾ ਘਰ ਵਾਲਾ ਮਿਲ ਗਿਆ ਇਹ ਕਾਫੀ ਕਾਮਨ ਰਿਹਾ ਦੂਜਾ ਜਿਹੜੀ ਮੈਂ ਕਹਿੰਦਾ ਜਾਤੀ ਇਹ ਮੇਰੇ ਖਿਆਲ ਹੈ 76 ਦੀ ਗੱਲ ਹੈ ਨਹੀਂ ਆਪਾਂ ਇਧਰ 79 ਦੀ ਗੱਲ 79 ਜਰਮਨੀ ਚੋਂ ਵਾਪਸ 79 ਮੈਂ ਦੁਪਹਿਰੇ ਰੋਟੀ ਖਾਣ ਆਇਆ ਤੇ ਮੈਂ ਕਿਹਾ ਮੈਡਮ ਮੈਂ ਫੀਲਡ ਚੱਲਿਆ ਤੇ ਹੋ ਸਕਦਾ ਸ਼ਾਮ ਨੂੰ ਲੇਟ ਆ ਨਹੀਂ ਕਿਸੇ ਨੇ ਇਨਵਾਈਟ ਵੀ ਕਰਕੇ ਗਏ ਕਹਿੰਦੇ ਸ਼ਾਮ ਨੂੰ ਮੇਰਾ ਫਰੈਂਡ ਆਣਾ ਅੱਛਾ ਉਹਨੂੰ ਨਹੀਂ ਚੇਤਾ ਖਾਣਾ ਬਣਾਈ ਉਹਦਾ ਤੇ ਮੈਂ ਸ਼ਾਮ ਤੱਕ ਵਾਪਸ ਆ ਜਾਊਂਗਾ ਉੱਥੇ ਜਾ ਕੇ ਭੁੱਲ ਗਏ ਕੌਣ ਪਤਾ ਨਹੀਂ ਕੌਣ ਸੀਗਾ ਮੈਂ ਸਾਡੇ ਤੇ ਗੈਸਟ ਤੇ ਆਮ ਹੀ ਆ ਹੋਣਾ ਇਹ ਜਾਂਦੇ ਸੀਗਾ ਸਾਡਾ ਇੱਕ ਕਲੀਗ ਜਿਹੜਾ ਸੀਗਾ ਉਹਨੇ ਸਵੇਰੇ 7 ਵਜੇ ਟ੍ਰੇਨ ਲੈਣੀ ਸੀ ਤੇ ਹੈਦਰਾਬਾਦ ਅਸੀਂ 2 ਫਸਲਾਂ ਲੈਂਦੇ ਮਕਈ ਦੀਆਂ ਤੇ ਸਿਆਲ ਦੇ ਵਿੱਚ ਹੈਦਰਾਬਾਦ ਜਿਹੜੀ ਉਹ ਫਸਲ ਲੈਂਦੇ ਸੀ ਸੋ ਉਹ ਸਭ ਕੁਝ ਤਿਆਰ ਕਰਨੇ ਸੀ ਦਾਣੇ ਕਿਹੜੇ ਲੈ ਕੇ ਜਾਣੇ ਕਿਹੜੇ ਕੀ ਕੁਛ ਨਾਲ ਨੋਟ ਲਿਖਣਾ ਸਭ ਕੁਝ ਕਾਪੀ ਤਿਆਰ ਕਰਨੀ ਉਹ ਕੰਮ ਕਰਦਿਆਂ ਸਵੇਰ ਦੇ 3:45 ਵਜੇ ਇਹ ਉਦੋਂ ਇਹਦੀ ਵੱਡੀ ਭੈਣ ਦਾ ਜਿਹੜਾ ਘਰ ਸੀਗਾ ਕੋਈ ਹੋਊਗਾ ਫਰਲਾਂਗ ਅੱਗੇ ਤੂੰ ਹੀ ਦੱਸ ਮੈਡਮ ਤੇ ਉਹ ਮੇਰੀ ਨਨਾਣ ਰਹਿੰਦੀ ਸੀ ਮੇਰੇ ਕੋਲ ਨਨਾਣ ਤੇ ਛੋਟਾ ਦਿਓਰ ਨਾ ਉਹ ਮੇਰੇ ਕੋਲ ਹੀ ਰਹਿੰਦੇ ਸੀਗੇ ਤੇ ਬੇਟੀ ਮੇਰੀ ਮਹੀਨੇ ਦੀ ਸਵਾ ਕੁ ਮਹੀਨੇ ਦੀ ਸੀਗੀ ਛੋਟੀ ਸੀ ਬਹੁਤ ਹਾਂਜੀ ਔਰ ਮੈਨੂੰ ਇਹ ਕਹਿ ਗਿਆ ਕਿ ਮੇਰਾ ਇੱਕ ਫਰੈਂਡ ਆਣਾ ਹੈ ਉਹਦਾ ਖਾਣਾ ਬਣਾ ਕੇ ਰੱਖੀ ਮੈਂ ਆ ਜਾਊਂਗਾ ਉਹ ਵਿਚਾਰਾ ਖਾਣਾ ਖੁਣਾ ਖਵਾ ਕੇ ਉਹਨੂੰ 9-10 ਵਜੇ ਤੋੜ ਦਿੱਤਾ ਆਪੇ ਹੀ ਤੇ ਇਹ ਫਿਰ ਵੀ ਨਹੀਂ ਆਏ ਹੁਣ ਫੋਨ ਤੇ ਹੈ ਨਹੀਂ ਸੀਗੇ ਕਿ ਜਿਹੜੇ ਕਰਦੇ ਨਾ ਮੈਨੂੰ ਪਤਾ ਸੀ ਕਿ ਫੀਲਡ ਮੈਂ ਤੇ ਕਹਾਂ ਕਿ ਫੀਲਡ ਦੇ ਵਿੱਚ ਥੋੜਾ ਰਾਤ ਉੱਥੇ ਬੱਤੀਆਂ ਹੋਣਗੀਆਂ ਲਾਈਟਾਂ ਹੋਣਗੀਆਂ ਮੇਰੇ ਦਿਮਾਗ 'ਚ ਤਾਂ ਇਹ ਸੀਗਾ ਕਿ ਫੀਲਡ ਹੁੰਦਾ ਵੀ ਇਹ ਉੱਥੇ ਸਾਡਾ ਪ੍ਰੋਪਰ ਸਟੋਰ ਸੀਗਾ ਇਹਨਾਂ ਦਾ ਪ੍ਰੋਪਰ ਸਟੋਰ ਸੀ ਇਹ ਚੀਜ਼ ਮੈਨੂੰ ਪਤਾ ਨਹੀਂ ਸੀਗੀ ਤੇ ਸਾਰੀ ਰਾਤ ਵੇਟ ਕਰਦੀ ਰਹੀ ਤੇ ਸਵੇਰੇ ਉੱਠ ਕੇ ਫਿਰ ਜਦੋਂ ਬਿਲਕੁਲ ਮੈਂ ਦੇਖਿਆ ਕਿ ਨਹੀਂ ਫਿਰ ਮੈਂ ਆਪਣੀ ਸਿਸਟਰ ਇਨ ਲਾ ਨੂੰ ਕਿਹਾ ਕਿ ਤੂੰ ਬੇਟੀ ਨੂੰ ਰੱਖ ਤੇ ਮੈਂ ਆਪਣੇ ਦਿਓਰ ਨੂੰ ਲਿਆ ਇੱਕ ਡੰਡਾ ਫੜਿਆ ਕੁੱਤਿਆਂ ਤੋਂ ਡਰਦੇ ਆਪਣੀ ਸਿਸਟਰ ਦੇ ਘਰ ਗਏ ਤੇ ਆਪਣੇ ਬ੍ਰਦਰ ਇਨ ਲਾ ਨੂੰ ਜਗਾਇਆ ਉਹਨਾਂ ਨੂੰ ਕਿਹਾ ਵੀ ਇਹ ਸਾਰੀ ਰਾਤ ਨਹੀਂ ਆਏ ਤੇ ਮੈਨੂੰ ਪਤਾ ਨਹੀਂ ਫੀਲਡ ਕਿੱਥੇ ਆ ਉਹ ਕਹਿੰਦੇ ਚਲ ਮੈਂ ਤੇਰੇ ਨਾਲ ਚੱਲਦਾ ਆ ਬਈ ਉਹਨਾਂ ਨੂੰ ਆਈਡੀਆ ਸੀਗਾ ਕਿ ਕਿੱਥੇ ਹੈ ਫੀਲਡ ਇਹਨਾਂ ਦਾ ਕਿਉਂਕਿ ਉਹ ਤੇ ਆਪ ਵੀ PIU 'ਚ ਕੰਮ ਕਰਦੇ ਸੀ ਨਾ ਅਸੀਂ ਜਾਣ ਹੀ ਲੱਗੇ ਤੇ ਇਹ ਆ ਗਏ ਇਹ ਪਹਿਲੇ ਘਰ ਗਏ ਤੇ ਮੇਰੀ ਸਿਸਟਰ ਨੇ ਦੱਸਿਆ ਸਿਸਟਰ ਇਨ ਲਾ ਨੇ ਕਿ ਜਾ ਉਹ ਗਈ ਹੈ ਵੀਰ ਜੀ ਵੱਲ ਗਈ ਹੈ ਤੇ ਆ ਗਏ ਤੇ ਚਲੋ ਸਾਨੂੰ ਸੈਟੀਸਫੈਕਸ਼ਨ ਹੋਈ ਕਿ ਆ ਗਏ ਨੇ ਚਲੋ ਆ ਗਏ ਠੀਕ ਠਾਕ ਆ ਗਏ ਨੇ ਘਰ ਆ ਕੇ ਲੜ ਪਏ ਮੇਰੇ ਨਾਲ ਕਹਿੰਦੇ ਤੈਨੂੰ ਕੀ ਇੰਨਾ ਹੋਇਆ ਸੀਗਾ ਮੈਂ ਕਿਤੇ ਮਰ ਥੋੜਾ ਗਿਆ ਸਾਂ
ਭੱਜੀ ਗਈ, ਇੰਨਾ ਫਿਕਰ ਕਰਨ ਦੀ ਕੀ ਲੋੜ ਹੈ। ਹੁਣ ਸਾਡੇ ਤੇ ਸ਼ਹਿਰਾਂ ਦੇ ਵਿੱਚ ਤੇ ਫਿਕਰ ਬਹੁਤ ਕਰਦੇ, ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਸਭ ਜਾਣਦੇ ਨੇ ਬਿਲਕੁਲ। ਤੇ ਕਿਤੇ ਵੀ ਰਾਤ ਬਿਤਾ ਸਕਦੇ ਹੋ ਉਹ ਤੁਸੀਂ। 'ਚ ਮੈਡਮ ਇੱਕ ਬਹੁਤ ਵੱਡਾ ਫੈਕਟਰ ਇਹ ਹੈ ਕਿ ਮੇਰੇ ਫਾਦਰ ਨਾ ਬੇਸ਼ੱਕ ਉਹਨਾਂ ਨੇ ਕੋਰਸ ਕੀਤਾ ਸੀਗਾ ਆਪਣਾ ਵੈਟਰਨਰੀ ਦਾ, ਲਾਈਵ ਸਟਾਕ ਸਿਸਟਮ ਦਾ, ਉਹ ਮੈਨੂੰ ਨਾਮ ਹੀ ਚੱਕ ਪਤਾ ਲੱਗਾ ਵੈਟਰਨਰੀ ਦੇ, ਅਦਰਵਾਈਜ਼ ਮਸ਼ਹੂਰ ਸੀ ਸਹੀ ਡਾਕਟਰ ਸਾਹਿਬ ਮਸ਼ਹੂਰ ਡਾਕਟਰ ਸਾਹਿਬ ਸੀ। ਕਹਿੰਦੇ ਸਾਰੇ ਉਹਨਾਂ ਕੋਲ ਜਦੋਂ ਕਿਸੇ ਨੇ ਆਉਣਾ ਉਹਨਾਂ ਬੈਗ ਫੜ ਕੇ ਤੁਰ ਪੈਣਾ, ਬੰਦਾ ਬਿਮਾਰ ਹੈ, ਡੰਗਰ ਬਿਮਾਰ ਹੈ। ਕਈ ਵਾਰੀ ਕੀ ਮੋਸਟਲੀ ਉਹਨਾਂ ਨੇ ਰਾਤ ਨੂੰ ਵੀ ਜਾਣਾ ਤੇ ਰਾਤ ਆਉਣਾ ਹੀ ਵਾਪਸ। ਬੀਬੀ ਨੇ ਕਦੀ ਪਰਵਾਹ ਨਹੀਂ ਕੀਤੀ। ਅਸੀਂ ਉਸ ਹਾਲਾਤ ਇਹ ਹੈ ਵੀ ਸਾਡਾ ਫਾਰਮ ਹਾਊਸ ਸੀਗਾ, ਬੀਜੀ ਨੇ ਕਦੀ ਥੀ ਜੱਟੀ ਮਤਲਬ ਕਿ ਬੜੀ ਸਟਰੋਂਗ ਲੇਡੀ ਸੀ ਤੇ ਉਹ ਉਹਨਾਂ ਹਾਲਾਤ 'ਚ ਪਲੇ ਸਾਂ। ਮੁੜ ਕੇ ਹੌਲੀ ਹੌਲੀ ਸੁਧਰਨ ਦੀ ਕੋਸ਼ਿਸ਼ ਤੇ ਕੀਤੀ, ਪਰ ਮੈਂ ਜ਼ਿਆਦਾ ਸੁਧਰਿਆ ਨਹੀਂ, ਜ਼ਿਆਦਾ ਇਹਨੇ ਘਰ ਸੰਭਾਲਿਆ ਸਾਰਾ ਜਿੱਥੋਂ ਤੱਕ ਹੈਗਾ। ਬਾਕੀ ਇਹ ਤਾਂ ਇੱਕ ਗੱਲ ਹੈ ਨਾ ਕਿ ਲੇਟ ਆਉਣਾ। ਨੰਬਰ 2, ਜਦੋਂ ਚੀਜ਼ਾਂ ਖਰੀਦਣੀਆਂ, ਵਿਆਹ ਤੋਂ ਬਾਅਦ ਪਰਦੇ ਲੈਣ ਚਲੇ ਗਏ, ਉਹਨੇ ਮੇਰੇ ਖਿਆਲ 800 ਰੁਪਏ ਮੰਗਿਆ, ਇਹਨੇ ਪਤਾ ਨਹੀਂ ਕਿੱਥੋਂ ਸ਼ੁਰੂ ਕੀਤਾ, 400 ਤੇ ਆ ਕੇ ਅੜ ਗਿਆ। ਤੇ ਮੈਂ ਕਿਹਾ ਮੈਡਮ ਉਹ ਤੇ 800 ਤੋਂ 400 ਤੋਂ ਆ ਗਿਆ, ਹੁਣ ਤੂੰ ਕਿੰਨਾ ਟਾਈਮ ਇੱਥੇ ਹੋਰ ਲਾਉਣਾ। ਇਹ ਕਹਿੰਦੇ ਨਹੀਂ ਤੂੰ ਇਹਨੂੰ 500 ਦੇ। ਉਹ 400 ਮੰਗ ਰਿਹਾ, 500 ਦਵਾ ਗਿਆ। ਮੈਂ ਕਿਹਾ ਮੈਨੂੰ ਤੁਹਾਨੂੰ ਨਾਲ ਲੈ ਕੇ ਜਾਇਆ ਕਰ। ਇੱਕ ਦਿਨ ਕਹਿੰਦੇ ਕੋਈ ਸਬਜ਼ੀ ਸੁਜੀ ਲੈ ਆਓ, ਤੇ ਮੈਂ ਲੈ ਆਇਆ ਟੀਂਡੇ। ਮੇਰੇ ਹਿਸਾਬ ਨਾਲ ਕੋਈ ਪਿੰਡ ਜੰਮੇ ਪਲੇ ਸਾਂ। ਹਾਂਜੀ। ਤੇ ਇਹ ਮਤਲਬ ਕਹਿੰਦੀ ਵੱਡੀ ਭੈਣ ਕਹਿੰਦੀ ਬਲਦੇਵ ਇਹ ਤੇ ਪੱਕੇ ਆ। ਮੈਂ ਕਿਹਾ ਭੈਣ ਜੀ ਮੈਂ ਤਾਂ ਜੰਮੇ ਪਲੇ ਪੱਕੇ ਕਿਸ ਤਰ੍ਹਾਂ, ਮੈਨੂੰ ਨਹੀਂ ਪਤਾ ਮੈਂ ਠੀਕ ਸਾਂ ਜਾਂ ਉਹ ਠੀਕ ਸੀ। ਤੇ ਉਦੋਂ ਬਾਅਦ ਮੈਂ ਕਿਹਾ ਵੀ ਤੁਸੀਂ ਜਾਣਾ, ਤੁਹਾਡਾ ਕੰਮ ਜਾਣੇ। ਮੈਂ ਨਹੀਂ ਕਦੀ ਗਿਆ। ਤੇ ਜਦੋਂ ਕਿ ਯਾਰਾਂ ਦੋਸਤਾਂ ਨੇ ਕਹਿਣਾ ਕਿ ਤੂੰ ਨਾਲ ਨਹੀਂ ਜਾਂਦੇ, ਸ਼ਿਕਾਇਤ ਕਰਨੀ ਨਾ ਕਿ ਨਾਲ ਨਹੀਂ ਜਾਂਦੀ ਸ਼ਾਪਿੰਗ ਦੀ ਕੋਈ, ਤੇ ਮੇਰਾ ਪੈਟ ਸੈਂਟੈਂਸ ਸੀਗਾ, ਤੁਹਾਨੂੰ ਤੁਹਾਡੀਆਂ ਘਰ ਵਾਲੀਆਂ ਤੇ ਫੇਥ ਨਹੀਂਗਾ ਕਿ ਉਹ ਜ਼ਿਆਦਾ ਖਰਚ ਕਰਨਗੇ। ਮੈਨੂੰ ਪੂਰਾ ਫੇਥ ਹੈ। ਜਾਣਾ ਕਿੱਥੇ ਸੀਗਾ, ਘਰ ਹੀ ਨਹੀਂ ਸੀ। ਮੈਨੂੰ ਪੂਰਾ ਫੇਥ ਹੈ ਜਿੰਨਾ ਮਰਜ਼ੀ ਖਰਚ। ਸਵੇਰੇ ਇਸ ਵਕਤੇ ਨਿਕਲ ਜਾਂਦੇ, ਰਾਤ ਨੂੰ ਲੇਟ ਆਉਂਦੇ। ਜਰਮਨੀ 'ਚ ਜਾ ਕੇ ਕਰਦੇ ਰਹੇ ਨੇ ਸ਼ਾਪਿੰਗ। ਹਾਂ ਜਰਮਨੀ 'ਚ, ਕਿਉਂਕਿ ਉੱਥੇ ਠੰਡ ਬਹੁਤ ਹੁੰਦੀ ਸੀ ਨਾ, ਤੇ ਮੈਨੂੰ ਤੇ ਫਿਰ ਬੂਟ ਕੱਸ ਕੇ ਗਰਮ ਕੱਪੜੇ ਪਾ ਕੇ ਨਿਕਲਣਾ ਹੁੰਦਾ ਸੀਗਾ, ਫਿਰ ਜਾ ਕੇ ਸ਼ਾਪਿੰਗ ਕਰਕੇ। ਹੁਣ ਦੁੱਧ ਵਰਗੀ ਸ਼ਾਪਿੰਗ ਤੇ ਰੋਜ਼ ਹੀ ਕਰਨੀ ਪੈਂਦੀ ਸੀ। ਮਤਲਬ ਕਿੰਨੀ ਕਿ ਤੁਸੀਂ ਲਿਆ ਕੇ ਸਟੋਰ ਖਤਮ ਤਾਂ ਉਹ ਹੈ ਨਾ, ਕੋਈ ਸੌਦੇਬਾਜ਼ੀ ਕੋਈ ਨਹੀਂ। ਤੇ ਉੱਥੇ ਇਹਨਾਂ ਨੂੰ ਮੈਂ ਜੇ 20 ਚੀਜ਼ਾਂ ਵੀ ਜ਼ੁਬਾਨੀ ਦੱਸ ਦੇਣੀਆਂ ਨੇ, ਇਹਨਾਂ ਨੇ 20 ਯਾਦ ਰੱਖਣੀਆਂ, ਕਦੀ ਲਿਖੀਆਂ ਨਹੀਂ ਸੀਗੀਆਂ। ਇਹ ਆਫਿਸ ਤੋਂ ਆਉਂਦੇ ਰਾਸਤੇ 'ਚ ਦੁਕਾਨ ਪੈਂਦੀ ਸੀ, ਉੱਥੋਂ ਲੈ ਆਉਂਦੇ ਹੁੰਦੇ ਸੀ ਕਿ ਇਹਨੂੰ ਨਿਕਲਣਾ ਨਾ ਪਵੇ। ਉੱਥੇ ਕਰਦੇ ਰਹੇ ਨੇ ਇਸ ਤਰ੍ਹਾਂ ਦਾ, ਉੱਥੇ ਲੈ ਕੇ ਵੀ ਜਾਂਦੇ ਰਹੇ ਨੇ, ਕਿਉਂਕਿ ਉੱਥੇ ਲੈਂਗੁਏਜ ਪ੍ਰੋਬਲਮ ਸੀਗੀ। ਪਹਿਲੀ ਵਾਰ ਜਦੋਂ ਗਏ ਆ ਉਦੋਂ ਲੈਂਗੁਏਜ ਪ੍ਰੋਬਲਮ ਸੀਗੀ। ਇਹਨਾਂ ਨੂੰ ਜਰਮਨ ਆਉਂਦੀ ਸੀ, ਮੈਨੂੰ ਆਉਂਦੀ ਨਹੀਂ ਸੀਗੀ। ਫਿਰ ਇਹਨਾਂ ਦਾ ਜਾਣਾ ਜ਼ਰੂਰੀ ਸੀਗਾ। ਅੱਛਾ ਫਿਰ ਅਸੀਂ ਜਾਂਦੇ ਉਹਦੇ 'ਚ ਸਾਂ ਟ੍ਰੈਮ ਵਗੈਰਾ 'ਤੇ, ਉਹ ਵੀ ਪਤਾ ਨਾ ਲੱਗਣਾ ਮੈਨੂੰ ਸ਼ੁਰੂ 'ਤੇ ਕਿ ਵੀ ਇਹ ਪੁੱਠੇ ਪਾਸੇ ਨਾ ਚੜ੍ਹ ਜਾਵਾਂ। ਕਿਉਂਕਿ ਟਿਕਟ ਤੇ ਇੱਕ ਲੈ ਲਈ ਦੀ ਸੀ, ਦੋਨੋਂ ਪਾਸੇ ਚੱਲਦੀ ਸੀਗੀ ਸਾਰਾ ਦਿਨ, ਤੇ ਉਹ ਮੈਂ ਇਕੱਲੀ ਇਸ ਕਰਕੇ ਵੀ ਨਹੀਂ ਸੀ ਜਾਂਦੀ। ਉੱਥੇ ਜਦੋਂ ਬੱਚੇ ਸੀਗੇ ਉਦੋਂ ਬੱਚਿਆਂ ਦੇ ਨਾਲ ਵੀ ਇਹਨਾਂ ਨੇ ਟਾਈਮ ਬਹੁਤ ਸਪੈਂਡ ਕੀਤਾ। ਉੱਥੇ ਜਾ ਕੇ ਹਰ ਵੀਕਐਂਡ 'ਤੇ ਬੱਚਿਆਂ ਨੂੰ ਲੈ ਕੇ ਅਸੀਂ ਜਾਂਦੇ ਸਾਂ। ਔਰ ਕੋਸ਼ਿਸ਼ ਹੁੰਦੀ ਸੀ ਜਦੋਂ ਕੋਈ ਲੌਂਗ ਵੀਕਐਂਡ ਹੋਵੇ ਤਾਂ ਕਿਸੇ ਫਾਰਨ ਕੰਟਰੀ 'ਚ ਜਾ ਆਈਏ। ਸਵਿਟਜ਼ਰਲੈਂਡ ਚਲੇ ਗਏ, ਕਦੀ ਫਰਾਂਸ ਚਲੇ ਗਏ। ਇਸ ਤਰ੍ਹਾਂ ਨੇੜੇ ਦੀਆਂ ਕੰਟਰੀਆਂ ਜਿੰਨੀਆਂ ਸੀਗੀਆਂ ਉਹ ਸਾਰੀਆਂ ਅਸੀਂ ਦੇਖੀਆਂ। ਉੱਥੇ ਕਰਦੇ ਰਹੇ ਨੇ। ਹੁਣ ਵੀ ਅਸੀਂ ਗਏ ਸਾਂ, ਅਤੇ ਤਦ ਹੀ ਮੇਰਾ ਤਾਂ ਆਉਣ ਨੂੰ ਦਿਲ ਨਹੀਂ ਸੀ ਕਰਦਾ, ਕਿਉਂਕਿ ਅਸੀਂ ਦੋਨੋਂ ਸਾਂ ਅਤੇ ਆਰਾਮ ਨਾਲ ਅਸੀਂ ਜਾਂਦੇ ਹੁੰਦੇ ਸਾਂ ਜਿੱਧਰ ਮਰਜ਼ੀ ਜਾਈਏ। ਇਹਦਾ ਮਤਲਬ ਜਦੋਂ ਹੁਣ ਲਾਸਟ ਟਾਈਮ ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਅਸੀਂ ਦੋਵੇਂ ਜਾਣੇ ਜਰਮਨੀ ਰਹਿ ਰਹੇ ਸੀ। ਅਸੀਂ ਦੋਨੋਂ ਉਦੋਂ ਇਕੱਲੇ ਸਾਂ। ਉਸ ਤੋਂ ਪਹਿਲੇ ਮੈਰਿਜ ਤੋਂ ਬਾਅਦ ਜਦੋਂ ਮੈਂ ਗਈ ਹਾਂ ਉਦੋਂ ਅਸੀਂ ਇਕੱਲੇ ਸਾਂ। ਫਿਰ ਜਿਹੜਾ ਸੈਕਿੰਡ ਟਾਈਮ ਗਏ ਉਦੋਂ ਬੱਚੇ ਸੀ ਦੋਨੋਂ। ਅਤੇ ਹੁਣ ਥਰਡ ਟਾਈਮ ਫਿਰ ਅਸੀਂ ਇਕੱਲੇ ਗਏ। ਨਹੀਂ ਤੁਸੀਂ ਫਿਰ ਮਨਾਇਆ ਨਹੀਂ ਇਹਨਾਂ ਨੂੰ ਵੀ ਆਪਾਂ ਉੱਥੇ ਹੀ ਸੈਟਲ ਹੋ ਜਾਈਏ? ਮੰਨੇ ਨਹੀਂ। ਨਹੀਂ ਕਹਿੰਦੇ ਮੈਂ ਭੈਣਾਂ ਵਿਆਹੁਣੀਆਂ ਨੇ, ਅਤੇ ਭੈਣਾਂ ਦਾ ਇਹਨਾਂ ਨੇ ਕੱਖ ਨਹੀਂ ਕੀਤਾ ਫਿਰ। ਮਤਲਬ ਉਹ ਆਪਣੀ ਗੱਲ ਨਾ ਆਪਣੇ ਤਰੀਕੇ ਨਾਲ ਸਾਨੂੰ ਅੱਛੀਆਂ ਆਫਰ ਸੀਗੀਆਂ। ਜਰਮਨੀ ਦੇ ਵਿੱਚ ਤਾਂ ਨਹੀਂ ਸੀ ਅਸੀਂ ਰਹਿ ਸਕਦੇ। ਉਹ ਤੇ 78 'ਚ ਰਹਿ ਸਕਦੇ ਸੀ। ਅੱਛਾ ਉਹ ਤਾਂ ਫਿਰ ਮੈਨੂੰ ਪਤਾ ਨਹੀਂ ਗਾ। ਅਤੇ ਹਾਂ ਉਹ ਉਦੋਂ ਪਤਾ ਨਹੀਂ। ਬੇਟੀ ਸਾਡੀ ਜਰਮਨੀ 'ਚ ਪੈਦਾ ਹੋਈ ਸੀਗੀ, ਪਰ ਉਹਨੂੰ ਜਰਮਨ ਸਿਟੀਜ਼ਨਸ਼ਿਪ ਨਹੀਂ ਮਿਲੀ। ਉੱਥੇ ਨਹੀਂ ਬਾਏ ਬਰਥ ਨਹੀਂ ਦਿੰਦੇ, ਹੁਣ ਦੇਣ ਲੱਗ ਗਏ ਨੇ। ਹੁਣ ਕੁਛ ਕੰਡੀਸ਼ਨਸ ਹੈਗੀਆਂ ਨੇ। ਅਤੇ ਅਦਰਵਾਈਜ਼ ਸਾਨੂੰ ਉਦੋਂ 2-3 ਜਗ੍ਹਾ ਤੋਂ ਆਫਰ ਸੀਗੀ ਕਿ ਵੀ ਤੁਸੀਂ ਜਾ ਸਕਦੇ, ਫਿਲੀਪੀਨਸ ਜਾ ਸਕਦੇ ਸੀਗੇ। ਉੱਥੋਂ ਡਾਕਟਰ ਖੁਸ਼ ਨੇ, ਇਹਨਾਂ ਨੂੰ ਕਿਹਾ ਕਿ ਤੂੰ ਆ ਜਾ। ਕਹਿੰਦੇ ਮੈਂ ਮੱਕੀ ਨਹੀਂ ਛੱਡਣੀ। ਉਹ ਕਹਿੰਦੇ ਮੈਂ ਵੀ ਤਾਂ ਆਪਣਾ ਫੀਲਡ ਛੱਡਿਆ ਸੀਗਾ।
ਇਹ ਨਹੀਂ ਗਏ ਉੱਥੇ, ਫਿਲੀਪੀਨਸ ਨਹੀਂ ਗਏ। ਮੈਕਸੀਕੋ 'ਚ ਇਹਨਾਂ ਦੇ ਪ੍ਰੋਫੈਸਰ ਨੇ ਕਿਹਾ ਕਿ ਮੈਂ ਭੇਜਾਂਗਾ ਤੈਨੂੰ, ਤੇ ਉੱਥੇ ਵੀ ਉਹ ਫਿਰ ਪ੍ਰਮੋਸ਼ਨ ਹੋ ਗਈ। ਉਦੋਂ ਜਦੋਂ ਇਹ ਗੱਲ ਹੋਈ ਤੇ ਉਦੋਂ ਡਾਕਟਰ ਖਹਿਰਾ ਜਿਹੜੇ ਇਹਨਾਂ ਦੇ ਹੈੱਡ ਸੀਗੇ ਉਹ ਸਾਡੇ ਕੋਲ ਆਏ ਹੋਏ ਸੀ। ਉਹਦੇ ਸਾਹਮਣੇ ਇਹਨਾਂ ਨੇ ਕਿਹਾ, ਡਾਕਟਰ ਪ੍ਰੋਫੈਸਰ ਪੋਲਮਰ ਨੇ, ਕਿ ਆਈ ਵਾਂਟ ਟੂ ਸੈਂਡ ਦਿਸ ਮੈਨ ਟੂ ਮੈਕਸੀਕੋ। ਕਹਿੰਦੇ ਅਸੀਂ ਮੈਂ ਇੰਨਾ ਪੈਸਾ ਦੇ ਰਿਹਾ ਹਾਂ ਮੈਕਸੀਕੋ ਉਸ ਇੰਸਟੀਚਿਊਟ ਨੂੰ, ਤੇ ਮੇਰਾ ਇੱਕ ਬੰਦਾ ਨਹੀਂ ਰੱਖਣਗੇ। ਮੈਕਸੀਕੋ ਜਿੱਥੇ ਆਪਣੇ ਨਾ ਕਣਕਾਂ ਦਾ ਵੀ ਡਾਕਟਰ ਬੋਰਲੋਕ, ਉੱਥੇ ਮਕਈ ਦਾ ਵੀ ਸੀਗਾ, ਤੇ ਮੇਰਾ ਜਿਹੜਾ ਪ੍ਰੋਫੈਸਰ ਸੀਗਾ ਉਹ 9 ਸਾਲ ਉਹਦੇ ਬੋਰਡ ਆਫ ਟਰਸਟੀ ਦਾ ਮੈਂਬਰ ਆ। ਜਰਮਨੀ ਇੱਕ ਬਹੁਤ ਵੱਡਾ ਡੋਨਰ ਸੀ ਤੇ ਸਾਰੇ ਪੈਸੇ ਇਸ ਪ੍ਰੋਫੈਸਰ ਦੇ ਥਰੂ ਜਾਂਦੇ ਸੀ। ਸੋ ਹੀ ਵਾਂਟਡ ਕਿ ਮੈਂ ਉਹਦੇ ਕੋਲ ਹੋਰ ਦੇਰ ਕੰਮ ਕਰਾਂ ਤੇ ਮੁੜ ਕੇ ਮੈਕਸੀਕੋ, ਮਤਲਬ ਕਿ ਉੱਥੇ ਹਰ ਕੋਈ ਜਾਣਾ ਚਾਹੁੰਦਾ ਸੀਗਾ। ਸੋ ਉਹਦੇ ਮਨ 'ਚ ਕਿ ਸਿਮਟ ਤੇ ਹਰ ਕੋਈ ਜਾਣਾ ਚਾਹੁੰਦਾ ਸੀਗਾ। ਪਰ ਡਾਕਟਰ ਪ੍ਰੋਫੈਸਰ ਆਪਣੇ ਡਾਕਟਰ ਖਹਿਰਾ ਕਹਿਣ ਲੱਗੇ ਨਹੀਂ ਅਸੀਂ ਤੇ ਇਹਨੂੰ ਆਪਣੇ ਲੈ ਕੇ ਜਾਣਾ ਵਾਪਸ। ਤੇ ਉਹ ਪੋਲਮਰ ਦੀ ਵਾਈਫ ਵੀ ਕਹਿੰਦੀ ਲੈਟ ਹਿਮ ਸਰਵ ਹਿਜ਼ ਓਨ ਕੰਟਰੀ। ਤੇ ਡਾਕਟਰ ਖਹਿਰਾ ਨੇ ਆ ਕੇ ਫਿਰ ਇਹਨਾਂ ਦੀ ਇਨ ਐਬਸੈਂਸ਼ੀਆ ਸਿਲੈਕਸ਼ਨ ਕਰਾਈ ਐਸੋਸੀਏਟ ਪ੍ਰੋਫੈਸਰ। ਸੋ ਉਦੋਂ ਬਹੁਤ ਔਖਾ ਬਣਦਾ ਸੀ ਐਸੋਸੀਏਟ ਪ੍ਰੋਫੈਸਰ ਬਣਨ ਵਾਸਤੇ, ਕਾਫੀ ਟਾਈਮ ਲੱਗਦਾ ਸੀਗਾ। ਇਹ 4 ਸਾਲ ਪਿੱਛੋਂ ਬਣ ਗਿਆ ਤੇ ਇਹਨਾਂ ਨੂੰ ਲੱਗਾ ਕਿ ਮੇਰੀ ਤੇ ਪ੍ਰਮੋਸ਼ਨ ਬੜੀ ਫਾਸਟ ਹੋ ਰਹੀ ਆ ਤੇ ਮੈਂ ਵਾਪਸ ਜਾਣਾ। ਤੇ ਉਹ ਸਾਡੀ ਬੇਟੀ 1 ਮਹੀਨੇ ਦੀ ਹੋਈ ਤੇ ਅਸੀਂ ਵਾਪਸ ਆ ਗਏ। ਸਰ ਤੁਹਾਨੂੰ ਕੀ ਲੱਗਦਾ ਕਿ ਨਹੀਂ, ਤੁਹਾਡੇ ਮੈਂ ਵਾਪਸ ਆਉਣ ਦੀ ਗੱਲ ਤੇ ਦੱਸਣਾ ਚਾਹੁੰਦਾ ਕਿਸ ਤਰ੍ਹਾਂ ਵਾਪਸ ਆਏ। ਹਾਂਜੀ ਕਿਉਂਕਿ ਹਰ ਇੱਕ ਦੀ ਇੱਛਾ ਹੁੰਦੀ ਇੰਟਰਨੈਸ਼ਨਲ ਇੰਸਟੀਚਿਊਟ ਜਾਣ ਦੀ। ਜਿਸ ਤਰ੍ਹਾਂ ਫਿਲਪਾਈਨ ਝੋਨੇ ਦਾ ਵਾ ਤੇ ਕਣਕ ਤੇ ਮਕਈ ਦਾ ਮੈਕਸੀਕੋ ਦੇ ਵਿੱਚ ਹੈ। ਸੋ ਮਨ ਦੇ 'ਚ ਤਾਂਘ ਸੀ ਕਿ ਉੱਥੇ ਜਾਣਾ ਵਾ। ਜਦੋਂ ਇਹ ਪ੍ਰਮੋਸ਼ਨ ਹੋ ਗਈ ਤੇ ਉੱਥੇ ਸਟੁਟਗਾਰਟ ਯੂਨੀਵਰਸਿਟੀ ਦੇ ਵਿੱਚ, ਯੂਨੀਵਰਸਿਟੀ ਹੋਹਨਹਾਈਮ ਟੂ ਬੀ ਐਗਜ਼ੈਕਟ, ਉੱਥੇ ਇੱਕ ਪ੍ਰੋਫੈਸਰ ਸਰਕਾਰ ਸੀ, ਇੰਡੀਅਨ ਸੀ, ਉਹਨਾਂ ਦੀ ਵਾਈਫ ਹੈਗੀ ਸੀ ਜਰਮਨ, ਤੇ ਉਹ ਉੱਥੇ ਸੈਟਲਡ ਸੀਗੇ ਤੇ ਬਹੁਤ ਅੱਛੇ ਰਿਲੇਸ਼ਨ ਸੀ। ਉਹ ਮਤਲਬ ਕਿ ਇੰਡੀਅਨ ਇੱਕ ਸਟੂਡੈਂਟ ਸੀਗਾ ਇੰਡੀਅਨ ਉੱਥੇ, ਇੱਕ ਮੇਰੇ ਵਰਗਾ ਫੈਲੋ ਤੇ ਫੈਲੋਸ਼ਿਪ ਤੇ ਗਿਆ ਸੀ, 2 ਜਣੇ 3 ਜਣੇ ਹੋ ਤੇ ਚੌਥੇ ਡਾਕਟਰ ਸਰਕਾਰ ਸੀ ਯੂਨੀਵਰਸਿਟੀ ਦੇ ਵਿੱਚ, ਪ੍ਰੋਫੈਸਰ ਸਰਕਾਰ। ਮੈਂ ਉਹਨਾਂ ਕੋਲ ਗਿਆ, ਮੈਂ ਡਾਕਟਰ ਸਾਹਿਬ ਮੇਰੀ ਆ ਪ੍ਰਮੋਸ਼ਨ ਉੱਧਰ ਹੋ ਗਈ ਐਸੋਸੀਏਟ ਪ੍ਰੋਫੈਸਰ ਦੀ, ਤੇ ਉੱਧਰੋਂ ਮੈਂ ਇੱਥੇ ਇੰਜੋਏ ਕਰ ਰਿਹਾ ਕੰਮ। ਤੇ ਮੈਨੂੰ ਪ੍ਰੋਫੈਸਰ ਪੋਲਮਰ ਇਹ ਵੀ ਕਹਿੰਦੇ ਆ ਕਿ ਜਿੱਦਣ ਤੂੰ ਚਾਹਵੇਂ ਤੂੰ ਮੈਕਸੀਕੋ ਤੈਨੂੰ ਭੇਜ ਦਿਆਂਗੇ। ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ। ਐਗਜ਼ੈਕਟ ਸੈਂਟੈਂਸ ਜਿਹੜਾ ਸੀ ਉਹਨਾਂ ਨੇ ਕਿਹਾ ਸੀਗਾ ਪ੍ਰੋਫੈਸਰ ਪੋਲਮਰ ਦੇ ਡਾਕਟਰ ਖਹਿਰਾ ਨੂੰ, ਆਈ ਗਿਵ ਮਿਲੀਅਨ ਆਫ ਮਾਰਕਸ, ਉਦੋਂ ਡੈਸ਼ ਮਾਰਕ ਹੁੰਦੇ ਸੀ, ਟੂ ਸਿਮਟ ਆਈ ਵਿਲ ਸੇ ਫਿਊ ਥਾਊਜ਼ੈਂਡ ਮਾਰਕਸ ਫॉर ਡਾਕਟਰ ਢਿੱਲੋਂ। ਉਹ ਬੜੇ ਐਗਜ਼ੈਕਟ ਹੈ। ਜਦੋਂ ਪਹਿਲੀ ਰਿੰਗ ਆਈ ਵਾਸ ਡਾਕਟਰ ਢਿੱਲੋਂ, ਜਦੋਂ ਦੂਜੀ ਰਿੰਗ ਆਈ ਵਾਸ ਪ੍ਰੋਫੈਸਰ ਢਿੱਲੋਂ, ਕੋ ਬਾਈ ਦਾ ਟਾਈਮ ਪ੍ਰੋਫੈਸਰ ਲੈਵਲ ਤੇ ਆ ਗਿਆ ਸੀ। ਤੇ ਮੈਂ ਫਿਰ ਡਾਕਟਰ ਸਰਕਾਰ ਨੂੰ ਕਿਹਾ, ਉਹ ਕਹਿੰਦਾ ਡਾਕਟਰ ਢਿੱਲੋਂ ਤੈਨੂੰ ਬਹੁਤ ਟਾਈਮਲੀ ਪ੍ਰਮੋਸ਼ਨ ਮਿਲੀ ਹੈ, ਔਰ ਤੂੰ ਜਿਹੜਾ ਕਹਿੰਦਾ ਇੱਥੇ ਬਹੁਤ ਰਿਸਪੈਕਟ ਹੈ, ਜਿੰਜਰ ਤੂੰ ਫੈਲੋਸ਼ਿਪ ਤੇ ਹੈ ਇੱਥੇ ਰਿਸਪੈਕਟ ਹੋਊਗੀ, ਮੁੜ ਕੇ ਤੈਨੂੰ ਨਾ ਇਕੁਅਲ ਟ੍ਰੀਟ ਨਹੀਂ ਕਰਨਾ। ਕਿਉਂਕਿ ਸਾਰੇ ਸੋਚਦੇ ਕਿ ਲੈ ਵੀ ਇਹ ਨੌਕਰੀ ਮੈਨੂੰ ਮਿਲਣੀ ਸੀਗੀ ਤੇ ਇਹ ਕਹਿੰਦਾ ਮੈਂ ਸਦਾ ਹੀ ਮੇਰੀ ਪ੍ਰਮੋਸ਼ਨ ਜਰਮਨੀ 'ਚ ਇੱਕ ਸਟੈਪ ਪਿੱਛੇ ਹੋਈ ਹੈ। ਹਾਂਜੀ ਤੇ ਮੈਕਸੀਕੋ ਤੋਂ ਜਾਣਾ ਵਾ ਤੇ ਇੰਟਰਨੈਸ਼ਨਲ ਇੰਸਟੀਚਿਊਟ ਦੇ ਵਿੱਚ ਜਾ ਕੇ ਫਿਰ ਤੈਨੂੰ ਐਸਟੈਬਲਿਸ਼ ਕਰਨਾ ਪੈਣਾ। ਤੇ ਜੇ ਕੋਈ ਰੱਬ ਨਾ ਕਰੇ ਕੁਛ ਇਹੋ ਜਿਹੀ ਗੱਲ ਹੋ ਗਈ ਤੇ ਤੂੰ ਫਿਰ ਇਸੇ ਪੋਸਟ ਲਈ ਟਰਾਈ ਕਰਨਾ, ਤੈਨੂੰ ਪ੍ਰੋਫੈਸਰ ਕਿਸੇ ਨਹੀਂ ਲਾਉਣਾ। ਹਾਂਜੀ ਤੈਨੂੰ ਫਿਰ ਐਸੋਸੀਏਟ ਪ੍ਰੋਫੈਸਰ ਹੋਣਾ ਪੈਣਾ, ਜਿਹੜੀ ਹੁਣ ਆਫਰ ਆਈ ਹੈ। ਭਾਵੇਂ ਤੂੰ ਜਰਮਨੀ ਤੋਂ ਵਾਪਸ ਜਾਵੇਂ, ਭਾਵੇਂ ਤੂੰ ਮੈਕਸੀਕੋ ਤੋਂ ਮੁੜ ਕੇ ਵਾਪਸ ਜਾਣਾ। ਹਾਂਜੀ ਤੇ ਇਹ ਮੇਰੇ ਜਿਹੜੇ ਪ੍ਰੋਫੈਸਰ ਨੇ ਫਰਵਰੀ 'ਚ ਇੱਕ ਸੰਪੋਜ਼ੀਅਮ ਰੱਖਿਆ ਸੀਗਾ। ਮੇਰੀ ਸਿਲੈਕਸ਼ਨ ਹੋਈ ਆ ਅਕਤੂਬਰ 78 ਦੇ ਵਿੱਚ, ਤੇ ਸੰਪੋਜ਼ੀਅਮ ਸੀ 79 'ਚ। ਮੇਰੇ ਪ੍ਰੋਫੈਸਰ ਦਾ ਪਲਾਨ ਇਹ ਸੀ ਕਿ ਸੰਪੋਜ਼ੀਅਮ ਦੀਆਂ ਪ੍ਰੋਸੀਡਿੰਗ, ਜਿਸ ਤਰ੍ਹਾਂ ਨੇ ਪਹਿਲਾਂ ਦੱਸਿਆ ਕਿ ਮੈਂ ਲਾਲ ਸ਼ਾਹੀ ਕਾਫੀ ਵਰਤਦਾ ਸਾਂ, ਉਹ ਜ਼ਿਆਦਾ ਲਾਲ ਰੰਗ ਜਿਹੜਾ ਜਰਮਨੀ ਤੋਂ ਸ਼ੁਰੂ ਹੋਇਆ। ਉੱਥੇ ਉਸ ਟਾਈਮ ਤੇ 4 ਰੰਗਾਂ ਵਾਲੇ ਪੈਨ ਮਿਲਦੇ ਹੁੰਦੇ ਸੀਗੇ, ਹਾਂਜੀ ਨੀਲਾ, ਲਾਲ, ਗ੍ਰੀਨ ਤੇ ਕਾਲਾ। ਉਹ ਮੈਂ ਖਰੀਦੇ ਸੀ। ਜਦੋਂ ਵਾਪਸੀ ਆਇਆ ਕਿ ਮੈਂ 20-25 ਲਿਖਿਆ ਸੀ ਆਪਣੇ ਸਾਰੇ ਕਲੀਗਸ ਨੂੰ। ਹਾਂਜੀ ਤੇ ਉਹ ਹੀ ਵਾਸ ਇੰਪ੍ਰੈਸਡ। ਸਿੰਪਲੀ ਜਿਹੜਾ ਆਰਟੀਕਲ ਦੀ ਆ ਨਾ, ਉਹ ਨਹੀਂ ਸੀ, ਆਪਣੇ ਆਰਟੀਕਲ ਹੈ ਨਹੀਂ ਪੰਜਾਬੀ 'ਚ, ਹਾਂਜੀ ਤੇ ਉਹਨੇ ਇਸ ਨਾਲ ਕਹਿਣਾ ਕਿ ਤੇਰਾ ਦੀ ਜਿੱਥੇ ਲਾਉਣਾ ਕਿਤੇ ਨਹੀਂ ਲਾਉਣਾ। ਆਪਾਂ ਹਲੇ ਵੀ ਕਨਫਿਊਜ਼ ਆ ਇਸ ਚੀਜ਼ ਨੂੰ। ਉਹ ਤੋਂ ਲਾ ਦੇਣਾ ਉਹਨੇ ਮੈਨੂੰ ਮੇਰੇ ਖਿਆਲ ਬਹੁਤ ਵਧੀਆ ਟੈਸਟੀਮੋਨੀ ਦਿੱਤਾ, ਪਰ ਉਹ ਜਰਮਨ ਇੰਨੇ ਮਤਲਬ ਕਿ ਬਿਲਕੁਲ ਕਲੀਅਰ ਹੈ, ਉਹ 'ਚੋਂ ਲਿਖਤਾ ਕਹਿੰਦੇ ਕਿ ਇਹਨੂੰ ਆਰਟੀਕਲ ਦੀ ਪ੍ਰੋਬਲਮ ਹੈਗੀ ਹੈ। ਪਰ ਐਨੀਵੇ ਟੈਸਟੀਮੋਨੀਅਲ ਉਹ ਆਪਣਾ ਪ੍ਰੋਫੈਸਰ ਸਰਕਾਰ ਕਹਿੰਦੇ ਕਿ ਤੂੰ ਮਤਲਬ ਕਿ ਪ੍ਰੋਫੈਸਰ ਪੋਲਮਰ ਚਾਹੁੰਦੇ ਕਿ ਮੈਂ ਉੱਥੇ ਹੋਰ ਦੇਰ ਰਵਾਂ ਜਰਮਨੀ, ਤਾਂ ਕਿ ਸੰਪੋਜ਼ੀਅਮ ਦੀ ਪ੍ਰੋਸੀਡਿੰਗ ਕਢਵਾ ਕੇ ਜਾਵਾਂ।
ਪ੍ਰੋਫੈਸਰ ਸਰਕਾਰ ਕਹਿੰਦੇ ਤੂੰ ਜਾ ਤੇ ਜੁਆਇਨ ਕਰ, ਦਿਸ ਇਜ਼ ਦੀ ਅਪਰੋਪਰੀਏਟ ਹੈ। ਮੈਂ ਜਦੋਂ ਜਾ ਕੇ ਪ੍ਰੋਫੈਸਰ ਪੋਲਮਰ ਨੂੰ ਕਿਹਾ, ਹੀ ਵਾਸ ਸ਼ਾਕਡ, ਪਰ ਵਿਚਾਰੇ ਨੇ ਕੁਛ ਨਹੀਂ ਕਿਹਾ। ਹਾਂਜੀ ਸੋ ਦਿਸ ਇਜ਼ ਹਾਊ ਆਈ ਕੇਮ ਬੈਕ। ਇਸ ਕਰਕੇ ਆਪਣੇ ਮੈਂ ਪੂਰਾ ਟਾਈਮ ਹੀ ਨਹੀਂ ਪੂਰਾ ਕੀਤਾ। ਜਿਹੜੀ ਫੈਲੋਸ਼ਿਪ ਹੈਗੀ ਸੀ ਆਲਰੇਡੀ ਜਰਮਨ ਅਕੈਡੈਮਿਕ ਐਕਸਚੇਂਜ ਫੈਲੋਸ਼ਿਪ ਦੀ, ਉਹ ਵੀ ਮਾਰਚ ਤੱਕ ਸੀ, ਤੇ ਮੈਂ ਪ੍ਰੋਫੈਸਰ ਜਿਹੜਾ ਚਾਹੁੰਦਾ ਸੀ ਕਿ ਮੈਂ ਮਾਰਚ ਤੋਂ ਵੀ ਅੱਗੇ ਰਹਾਂ ਤਾਂ ਕਿ ਸੰਪੋਜ਼ਿੰਗ ਦੀ ਪ੍ਰੋਸੀਡਿੰਗ ਕੱਢ ਜਾ। ਤੇ ਹੁਣ ਉਹ ਜਰਮਨੀ ਦੀ ਗੱਲ ਹੋਣਾ ਵੀ ਉੱਥੇ ਇੱਕ ਕਈ ਗੱਲਾਂ ਬਹੁਤ ਇੰਟਰਸਟਿੰਗ, ਪਰ ਇਸ ਵੇਲੇ ਜਿਹੜੀ ਮੇਰੇ ਮਨ 'ਚ ਆਈ ਹੈ ਕਿਉਂਕਿ ਬੇਟੀ ਦਾ ਨਾਮ ਹੀ ਲਿਆ। ਬੇਟੀ ਦਾ ਜਨਮ ਹੈ 12 ਅਕਤੂਬਰ ਦਾ, ਤੇ ਜਦੋਂ ਮੈਂ ਪ੍ਰੋਫੈਸਰ ਨਾਲ ਗੱਲ ਕੀਤੀ ਉਹ ਕਹਿੰਦੇ ਚੰਗਾ ਤੁਸੀਂ ਦਸੰਬਰ ਐਂਡ ਚਲੇ ਜਾਓ। ਉਦੋਂ 에ਅਰ ਇੰਡੀਆ ਦਾ ਆਫਿਸ ਸਟੁੱਟਗਾਰਟ ਦੇ ਵਿੱਚ ਸੀਗਾ। 에ਅਰ ਇੰਡੀਆ ਇੰਨੀ ਸੋਹਣੀ ਚੱਲਦੀ ਸੀ ਉਦੋਂ। ਮੈਂ ਗਿਆ 에ਅਰ ਇੰਡੀਆ ਦੇ ਆਫਿਸ, ਉਹਨਾਂ ਨੂੰ ਕਿਹਾ ਜੀ ਮੈਂ ਦਸੰਬਰ ਐਂਡ ਜਾਣਾ ਚਾਹੁੰਦਾ। ਉਹ ਵੇਖਣ ਲੱਗ ਪਈ। ਸਾਨੂੰ ਉਦੋਂ ਕੋਈ ਪਤਾ ਨਹੀਂ, ਕ੍ਰਿਸਮਸ 'ਤੇ ਇੰਨੇ ਲੋਕ ਜਾਂਦੇ ਆਉਂਦੇ ਆ। ਹਾਂਜੀ ਪਿੰਡੋਂ ਉੱਠੇ ਸਾਂ ਤੇ ਠੀਕ ਆ, ਹੋਸਟਲ ਲਾਈਫ ਇੰਜੋਏ ਕੀਤੀ ਸੀ, ਨੰਬਰ ਲਿਆ ਸੀ ਬਹੁਤ ਸੋਹਣੇ। ਇਹ ਆਈ, ਉਹ ਵੇਖਣ ਲੱਗ ਪਈ, ਲੇਡੀ ਸੀ। ਉਹ ਕਹਿੰਦੀ ਨਹੀਂ ਇਹ ਤਾਂ ਲਾਸਟ ਵੀਕ 'ਚ ਨਹੀਂ। ਮੈਂ ਉਦੋਂ ਪਹਿਲਾਂ ਆਉਂਦੇ 11 ਨਵੰਬਰ ਦੀ ਫਲਾਈਟ ਮਿਲੀ। ਇਹ ਨਹੀਂ ਪਹਿਲਾਂ, ਬਾਕੀ ਸਾਰੀਆਂ ਫਲਾਈਟਸ ਬੁੱਕ ਸੀ। ਤੇ ਸੋ 1 ਮਹੀਨਾ ਸਾਡੇ ਕੋਲ ਬੇਟੀ ਦੀ ਬਰਥ ਹੋਈ ਆ, ਉਹਦਾ ਆਪਣਾ ਪਾਸਪੋਰਟ ਬਣਾਉਣਾ ਵਾ, ਟਿਕਟਾਂ ਮੈਂ ਲੈ ਲਈਆਂ ਜਿਤਨਾ ਦਾ ਆਪਣਾ ਪੰਜਾਬੀ ਕਾਲੇ ਮੈਂ ਬੁਕਿੰਗ ਕਰਵਾਤੀ। ਮੈਂ ਵੇਖੀ ਜੂ ਹੋ ਜੂਗਾ ਸਭ ਕੁਛ। ਸੋ ਸਾਨੂੰ ਪਹਿਲਾਂ ਪ੍ਰੋਬਲਮ ਆਈ ਬਰਥ ਸਰਟੀਫਿਕੇਟ ਲੈਣ ਦੀ। ਬਰਥ ਸਰਟੀਫਿਕੇਟ ਲੈਣ ਲਈ ਮੈਂ ਚਲੇ ਗਿਆ ਉਹ ਕਹਿੰਦੇ ਜੀ ਤੁਸੀਂ ਲਿਆਓ ਆਪਣਾ ਮੈਰਿਜ ਸਰਟੀਫਿਕੇਟ। ਆਪਣੀ ਉਹਨਾਂ ਨੇ ਉਸ ਜ਼ਮਾਨੇ ਕੋਈ ਮੈਰਿਜ ਸਰਟੀਫਿਕੇਟ ਸੋਚਦੇ ਕੋਈ ਨਹੀਂ ਸੀ। ਹਾਂਜੀ ਬਿਲਕੁਲ, ਕੋਈ ਨਹੀਂ ਸੋਚਦਾ ਸੀ। ਮੈਂ ਉਹਨੂੰ ਦੱਸਿਆ, ਮੈਂ ਕਿਹਾ ਯਾਰ ਮੈਰਿਜ ਸਰਟੀਫਿਕੇਟ ਹੀ ਕਰਨਾ, ਸਾਡੇ ਤੋਂ ਸੋਸ਼ਲ ਫੰਕਸ਼ਨ ਹੈ ਉੱਥੇ। ਉਹ ਕਹਿੰਦਾ ਨਾ ਜੀ। ਮੈਂ ਬਥੇਰਾ ਉਹਨਾਂ ਆਰਗੂ ਕੀਤਾ, ਰਿਕੁਐਸਟ ਕੀਤੀ, ਤੇ ਮੈਂ ਉਹਨੂੰ ਹਕੀਕਤ ਕਿਹਾ ਮੈਂ ਤੇਰਾ ਸਭ ਤੋਂ ਵੱਡਾ ਅਫਸਰ ਕਿਹੜਾ? ਉਹਨੇ ਦੱਸਤਾ, ਕਹਿੰਦਾ ਜੀ ਉਹ ਫਲਾਣੇ ਨੰਬਰ, ਕਮਰਾ ਨੰਬਰ ਜਿਹਾ ਨਾਮ। ਮੈਂ ਖੜਕਾ ਕੇ ਕੋਲ ਚਲੇ ਗਿਆ, ਉਹਨਾਂ ਗੱਲਾਂ ਕਰਨ ਲੱਗ ਪਿਆ। ਉਹਨੇ ਮੈਨੂੰ ਦੱਸਿਆ ਕਿ ਮੈਂ PhD ਹਾਂ ਅਤੇ ਮੈਂ ਹੁਣ ਫਲਾਣੀ ਫੈਲੋਸ਼ਿਪ 'ਤੇ ਫਲਾਣੀ ਯੂਨੀਵਰਸਿਟੀ 'ਚ ਕੰਮ ਕਰ ਰਿਹਾ। ਉਹਨੇ ਮੈਨੂੰ ਬਾ ਲਿਆ, ਬੜੀ ਕੰਫਰਟੇਬਲੀ ਗੱਲ ਹੋਈ ਕਿ ਕੀ ਆਪਣੇ ਵਿਆਹ ਦਾ ਪ੍ਰੋਸੀਜਰ ਕੀ ਹੈ। ਉਹ ਕਹਿੰਦਾ ਤੂੰ ਆਪਣੀ ਵਾਈਫ ਵੇਖੀ ਨਹੀਂ ਗੀ ਵਿਆਹ ਤੋਂ ਪਹਿਲਾਂ? ਮੈਂ ਬਿਲਕੁਲ ਨਹੀਂ ਵੇਖੀ। ਤੇਰੀ ਵਾਈਫ ਤੇਰੇ ਘਰ ਵਾਲਿਆਂ ਨੇ ਪਸੰਦ ਕੀਤੀ? ਮੈਂ ਨੋਰਮਲੀ ਘਰ ਵਾਲੇ ਕਰਦੇ ਆ, ਮੈਨੂੰ ਮੇਰੀ ਵਾਈਫ ਦੇ ਘਰ ਵਾਲਿਆਂ ਨੇ ਪਸੰਦ ਕੀਤਾ ਵਾ, ਪਰ ਮੇਰੀ ਵਾਈਫ ਦਾ ਜਿਹੜਾ ਡਿਸੀਜਨ ਹੈ ਉਹ ਸਾਡੀ ਫੈਮਿਲੀ ਦੇ ਨਾਲ ਮਾਂ ਪਿਓ ਨੂੰ ਪੁੱਛ ਕੇ ਵੀ ਮੈਂ ਨਹੀਂ ਆ ਕੀਤੀ, ਪੇਰੈਂਟਸ ਨਾਲ ਸੀ, ਪਰ ਵੇਖੀ ਮੈਂ ਹੀ ਆ, ਮਤਲਬ ਕਿ ਇੱਕ ਵਾਰ ਵੇਖੀ। ਉਹ ਉੱਠਿਆ ਆਪਣੀ ਕੁਰਸੀ ਤੋਂ, ਜਿਹੜੇ ਕਲਰਕ ਕਹਿ ਲਓ ਜਿਹਨੇ ਦੇਣਾ, ਕਹਿੰਦਾ ਜਰਮਨ ਲੈਂਗੁਏਜ ਗਿਆ, ਕਹਿੰਦਾ PhD ਜੈਂਟਲਮੈਨ ਹੈ। ਇਹਦੀ ਵਾਈਫ ਘਰਦਿਆਂ ਇਹਨਾਂ ਨੇ ਸਿਲੈਕਟ ਕੀਤੀ ਆ, ਤੇ ਵਿਆਹ ਤੋਂ ਪਹਿਲਾਂ ਨੇ ਇੱਕ ਨਾ ਹੀ ਵੇਖਿਆ ਵਾ, ਤੇ ਉਹ ਇਹਦੀ ਵਾਈਫ ਨੇ ਇਹਨੂੰ ਵੇਖਿਆ ਹੀ ਨਹੀਂ। ਤੇ ਇਸ ਕਰਕੇ ਕੋਈ ਇਹਨੂੰ ਸਰਟੀਫਿਕੇਟ ਦੇ ਦੇ। ਇਸ ਤਰ੍ਹਾਂ ਬੇਟੀ ਦਾ ਬਰਥ ਸਰਟੀਫਿਕੇਟ ਲਿਆ। ਮੁੜ ਕੇ ਅਪਲਾਈ ਕੀਤਾ ਪਾਸਪੋਰਟ ਲਈ। ਉੱਥੇ ਐਮਬੈਸੀ 'ਚ ਇਫ ਆਈ ਰਿਮੈਂਬਰ ਕਰੈਕਟਲੀ ਉਹ ਜੈਂਟਲਮੈਨ ਦਾ ਨਾਮ ਸ਼ਾਸਤਰੀ ਸੀਗਾ। ਪਹਿਲਾਂ ਵੀਜ਼ਾ ਵੂਜ਼ਾ ਐਕਸਟੈਂਡ ਕਰਾਉਣ ਲਈ ਜਿਹੜਾ ਉਹਨਾਂ ਥੋੜ੍ਹਾ ਬਹੁਤਾ ਟੈਲੀਫੋਨ 'ਤੇ ਗੱਲ ਹੁੰਦੀ। ਉਹਨਾਂ ਨੂੰ ਫੋਨ ਕੀਤਾ ਵੀ ਮੈਂ ਡਾਕੂਮੈਂਟਸ ਭੇਜੇ ਅਤੇ ਬੇਟੀ ਦਾ ਸਰਟੀਫਿਕੇਟ ਆਪਣਾ ਪਾਸਪੋਰਟ ਦਿਓ। ਉਹ ਕਹਿੰਦਾ ਤੁਸੀਂ ਡਾਕਟਰ ਸਾਹਿਬ ਮੈਰਿਜ ਸਰਟੀਫਿਕੇਟ ਨਹੀਂ ਲਿਆ। ਅਤੇ ਮੈਂ ਕਿਸੇ ਸ਼ਾਰਟ ਟੈਂਪਰ ਵਾਈਸ ਚਾਂਸਲਰ ਬਣ ਕੇ ਤਾਂ ਜ਼ਿਆਦਾ ਸ਼ਾਰਟ ਟੈਂਪਰ ਹੋ ਗਿਆ ਸੀਗਾ। ਅਤੇ ਉਦੋਂ ਕਦੀ ਮੈਨੂੰ ਗੁੱਸਾ ਆਇਆ। ਮੈਂ ਕਿਹਾ ਵੀ ਆਪਣਾ ਜੋਸ਼ੀ ਨਾਂ ਯਾਦ ਆ ਗਿਆ, ਜੋਸ਼ੀ। ਮੈਂ ਕਿਹਾ ਮਿਸਟਰ ਜੋਸ਼ੀ, ਜਰਮਨਾਂ ਨੂੰ ਜਿਨ੍ਹਾਂ ਦਾ ਆਪਣੇ ਸਿਸਟਮ ਦਾ ਪਤਾ ਨਹੀਂ, ਉਹਨਾਂ 'ਤੇ ਮੈਨੂੰ ਸਰਟੀਫਿਕੇਟ ਦਿੱਤਾ ਬੇਟੀ ਦਾ। ਤੈਨੂੰ ਸਰਟੀਫਿਕੇਟ ਆਪਣੇ ਸਿਸਟਮ ਦਾ ਪਤਾ ਵਾ, ਤੂੰ ਮੇਰੇ ਕੋਲੋਂ ਮੈਰਿਜ ਸਰਟੀਫਿਕੇਟ ਮੰਗ ਰਿਹਾ। ਮੈਨੂੰ ਇਹ ਦੱਸ, ਤੇਰੇ ਮਾਂ ਪਿਓ ਦਾ ਹੈਗਾ ਮੈਰਿਜ ਸਰਟੀਫਿਕੇਟ? ਤੇਰੇ ਦਾਦੇ ਦਾ ਹੈਗਾ? ਦਿਸ ਇਜ਼ ਹਾਊ ਆਈ ਗੋਟ ਦੀ ਪਾਸਪੋਰਟ। ਸੋ ਇਸ ਤਰ੍ਹਾਂ ਦੇ ਕਈ ਆਪਣੀ ਜ਼ਿੰਦਗੀ ਦੀਆਂ ਗੱਲਾਂ ਯਾਦ ਹੈ, ਪਰ ਕਿਉਂਕਿ ਬੇਟੀ ਦੀ ਗੱਲ ਹੋਈ ਸੀਗੀ ਅਤੇ ਵਾਪਸ ਆਉਣ ਦੀ ਗੱਲ ਹੋਈ ਸੀ। ਅਤੇ ਹਾਂ ਮੈਡਮ, ਅੱਗੇ ਤੂੰ ਦੱਸ ਰਹੀ ਸਾਂ ਸਟੋਰੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਵੀ ਤੁਹਾਨੂੰ ਦੋਵਾਂ ਨੂੰ ਕੀ ਲੱਗਦਾ ਵੀ ਸਾਡੇ ਰਿਸ਼ਤੇ ਦੇ ਵਿੱਚ ਜੇ ਇੰਨਾ ਲੰਮਾ ਨਿਰਵਾਹ ਜਿਹੜਾ ਹੋਇਆ ਤਾਂ ਜ਼ਿਆਦਾ ਕਿਹਨੇ ਕੀਤਾ ਇਸ ਰਿਸ਼ਤੇ ਨੂੰ ਸੰਭਾਲਣ? ਸੈਕਰੀਫਾਈਸ ਇਹਦੀ ਜ਼ਿਆਦਾ, ਕੰਮ ਮੈਂ ਜ਼ਿਆਦਾ ਕੀਤਾ। ਦੇਖੋ ਤੁਹਾਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੇ ਸਰ, ਪਰ ਮੈਂ ਕਹਿ ਰਹੀ ਹਾਂ ਵੀ ਤੁਸੀਂ ਦੱਸੋ ਇਹ ਗੱਲ ਨੂੰ ਜ਼ਰੂਰ। ਬੋਲੋ ਜੀ। ਮੇਰੇ ਖਿਆਲ ਦੋਨਾਂ ਦਾ ਹੀ ਹੈ ਪਾਰਟ। ਹਾਂ, ਦੋਨਾਂ ਦਾ ਇਕੁਅਲ ਪਾਰਟ ਹੈ। ਇੱਕ ਜਣੇ ਤੋਂ ਬਿਨਾਂ ਤਾਂ ਚੱਲਦਾ ਹੀ ਨਹੀਂ। ਜੇ ਇੱਕ ਵੀ ਜ਼ਿਆਦਾ ਡੋਮੀਨੇਟ ਕਰ ਜਾਵੇ ਤਾਂ ਦੂਸਰਾ ਫਿਰ ਕਿੰਨੀ ਕੁ ਦੇਰ ਟੋਲਰੇਟ ਕਰੇ। ਅੱਜ ਕੱਲ੍ਹ ਦੇ ਜ਼ਮਾਨੇ 'ਚ ਹੁਣ ਟੋਲਰੈਂਸ ਬਹੁਤ ਘੱਟ ਗਈ ਹੈ, ਛੱਡ ਕੇ ਭੱਜ ਜਾਂਦੀਆਂ ਨੇ।
ਆਪਣੇ ਜ਼ਮਾਨੇ 'ਚ ਇਹ ਹੁੰਦਾ ਸੀ ਲੋਕੀ ਕੀ ਕਹਿਣਗੇ। ਸਾਡੇ ਟਾਈਮ 'ਚ ਲੜਕੀਆਂ ਛੱਡ ਕੇ ਨਹੀਂ ਜਾਂਦੀਆਂ, ਸਾਡੇ ਪੇਰੈਂਟਸ ਦੀ ਬੇਇੱਜ਼ਤੀ ਹੋਊਗੀ, ਸਾਡਾ ਇਹ ਹੋਏਗਾ। ਹਾਂਜੀ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਟ੍ਰੀਟਮੈਂਟ ਮਿਲਦਾ ਰਹੇ, ਟਿੱਕੀਆਂ ਰਹਿੰਦੀਆਂ ਨੇ। ਹਾਂਜੀ ਪਰ ਸਾਡੇ ਟਾਈਮ 'ਚ ਇਸ ਤਰ੍ਹਾਂ ਦਾ ਸਿਚੁਏਸ਼ਨ ਜੇ ਆਈ ਵੀ ਆ ਤੇ ਅਸੀਂ ਕਦੀ ਇਸ ਤਰ੍ਹਾਂ ਸੋਚਿਆ ਨਹੀਂ। ਡਾਈਵਰਸ ਟਾਈਪ ਦਾ ਥਿੰਗ ਸਾਡੇ ਬ੍ਰੇਨ 'ਚ ਨਹੀਂ ਆਏ, ਕਿਉਂਕਿ ਸ਼ਾਇਦ ਸਾਡੇ ਟਾਈਮ ਦੇ ਲੋਕਾਂ ਨੂੰ ਐਜੂਕੇਸ਼ਨ ਹੀ ਇਸ ਤਰ੍ਹਾਂ ਦੀ ਮਿਲਦੀ ਹੈ ਘਰੋਂ ਕਿ ਤੁਸੀਂ ਇਹ ਚੀਜ਼ ਸੋਚੋ ਹੀ ਨਾ। ਕਿ ਜੇ ਕਦੀ ਆਇਆ ਵੀ ਤੇ ਕਦੀ ਕਿਸੇ ਨੇ ਸੋਚਿਆ ਨਹੀਂ। ਡਾਈਵਰਸ ਮਨ 'ਚ ਨਹੀਂ ਆਇਆ, ਪਰ ਡਿਸਕਸ਼ਨ 'ਚ ਆਉਂਦਾ ਦੇਖੋ ਲਾਈਟਲੀ ਮੈਂ ਤੁਹਾਨੂੰ ਦੱਸਦਾ ਹਾਂ। ਪਰ ਪਹਿਲੀ ਗੱਲ ਤੇ ਹੈ ਕਿ ਮੈਂ ਜੈਨੇਟਿਕਸ ਤੋਂ ਹੋਣ ਦੇ ਕਰਕੇ ਤੇ ਜਦੋਂ ਕਿਤੇ ਮਨ ਮੁਟਾਅ ਹੁੰਦਾ ਤਾਂ ਮੈਂ ਉਹਨੂੰ ਕਹਿੰਦਾ ਮੈਡਮ ਦੇਖ ਭੈਣ ਭਰਾ ਜਿਹੜੇ ਆ ਉਹ ਜੈਨੇਟਿਕਲੀ ਵੀ ਰਿਲੇਟਡ ਆ ਤੇ ਇੱਕੋ ਜਿਹੇ ਇਨਵਾਇਰਨਮੈਂਟ 'ਚ ਮਾਂ ਪਿਓ ਵਾਲੇ ਦੁਆਲੇ ਚਾਚੇ ਤਾਇਆ ਇੱਕੋ ਜੀ ਦੋਨੋਂ ਆਲਮੋਸਟ ਬੇਸ਼ੱਕ ਕੁੜੀਆਂ ਥੋੜ੍ਹਾ ਬਹੁਤਾ ਹੁੰਦਾ ਵਾ ਤੇ ਉਹਨਾਂ ਦਾ ਆਪੋ ਸੁਭਾਅ ਨਹੀਂ ਰਲਦਾ। ਤੇ ਤੂੰ ਪਟਿਆਲੇ 'ਚੋਂ ਸ਼ਹਿਰ ਨਾ ਆ ਗਈ ਹੋ, ਮੈਂ ਦੂਰਜੀ ਦਾ ਜੱਟ, ਤੇ ਆਪਣਾ ਸੁਭਾਅ ਕਿੱਥੋਂ ਮਿਲ ਸਕਦਾ। ਹੁਣ ਡਿਵੋਰਸ ਕਿੱਥੇ, ਮੈਂ ਇਹਨੂੰ ਕਈ ਵਾਰੀ ਸੁਣਾਉਂਦਾ ਹੁੰਦਾ ਸਾਂ ਜਦੋਂ 1978 'ਚ ਪ੍ਰੋਫੈਸਰ ਇਹ ਜਰਮਨੀ ਵਾਜ਼ ਵੰਡਰਫੁਲ 1978। ਹੁਣ ਸਗੋਂ ਉੱਥੇ ਥੋੜ੍ਹਾ ਬਹੁਤਾ ਜੇ ਕਹੋਗੇ ਤਾਂ ਆਪਾਂ ਉਹ ਵੀ ਗੱਲ ਕਰ ਲਾਂਗੇ। ਹਾਂਜੀ ਮਤਲਬ ਕਿ ਨੀਵੇਂ ਵਾਲੇ ਪਾਸੇ ਨੂੰ ਗਏ ਆ ਉਹ, ਉਦੋਂ ਤਾਂ ਕੋਈ ਗਲਤੀ ਚੀਜ਼ ਲੱਭਦੀ ਨਹੀਂ ਸੀ ਨਾ। ਹਾਂਜੀ ਵੰਡਰਫੁਲ, ਬਹੁਤ ਵਧੀਆ। ਕੁਛ ਹੀ ਕਹੋ, ਸਫਾਈ ਵੱਲੋਂ ਇੱਕ ਸਾਨੂੰ ਘਰ ਬਹੁਤ ਸੋਹਣਾ ਮਿਲ ਗਿਆ ਯੂਨੀਵਰਸਿਟੀ ਦੇ ਕੋਲ, ਉੱਥੋਂ ਸ਼ਹਿਰ ਜਾਣ ਨੂੰ ਫਸਟ ਕਲਾਸ ਟ੍ਰੈਮਸ, ਬਸ ਵੈਰੀ ਵੈਲ ਕਨੈਕਸ਼ਨ। ਸਾਇੰਟੀਫਿਕ ਕੰਮ ਮੇਰਾ ਜਿਹੜਾ ਸੀਗਾ ਬਹੁਤ ਚੰਗਾ ਰਿਹਾ। ਸੋ ਇਹ 'ਚ ਸਦਾ ਕਹੇ ਕਿ ਆਪਾਂ ਇੱਥੇ ਜਿੰਨਾ ਚਿਰ ਰਹਿ ਸਕਦੇ ਰਹੀਏ। ਇਹ ਇੰਨੀਆਂ ਫੈਸਿਲਿਟੀਜ਼ ਜੋ ਕੁਛ ਹੋਣਾ, ਜੇ ਕਹਿ ਕੇ ਨਹੀਂ ਰਹਿ ਸਕਦੇ, ਪਰ ਉਦੋਂ ਸਦਾ ਹੀ ਇਹ ਕਹਿੰਦੀ ਸੀ, ਮੈਨੂੰ ਜ਼ਿਆਦਾ ਭੁੱਲ ਗਈ। ਤੇ ਮੈਂ ਫਿਰ ਇਹਨੂੰ ਸਦਾ ਕਹਿੰਦਾ ਮੈਡਮ ਇੱਥੇ ਜਦੋਂ ਡਿਵੋਰਸ ਦੀ ਗੱਲ, ਮੈਂ ਕਿਹਾ ਮੈਡਮ ਇੱਥੇ ਫਿਰ ਡਿਵੋਰਸ ਕਿੰਨੇ ਆ? ਜੇ 10 ਸਾਲਾਂ ਮਗਰੋਂ ਤੂੰ ਕਚਹਿਰੀ 'ਚ ਇੱਕ ਪਾਸੇ ਖਲੋਤੀ ਹੋਵੇਂ ਤੇ ਮੈਂ ਦੂਜੇ ਪਾਸੇ ਖਲੋਤਾ ਹਾਂ, ਤੇ ਉਹ ਜ਼ਿੰਦਗੀ ਦਾ ਕੀ ਫਾਇਦਾ ਜੇ ਆਪਾਂ ਕੋ ਉਦੋਂ ਕਲਰ ਟੈਲੀਵਿਜ਼ਨ ਬਹੁਤ ਵੱਡੀ ਗੱਲ ਸੀ। ਕਲਰ ਟੈਲੀਵਿਜ਼ਨ ਹੋਊਗਾ, ਆਪਣੇ ਕੋਲ ਵੱਡੀ ਕਾਰ ਹੋਊਗਾ, ਚੰਗੀ ਤਰ੍ਹਾਂ ਰਵਾਂਗੇ, ਰਹਿਣ ਸਹਿਣ ਦਾ ਵਧੀਆ ਕੰਮ ਹੈ, ਫਸਟ ਕਲਾਸ ਹੈ। ਤੇ ਜੇ ਮੁੜ ਕੇ ਤੇ ਫਿਰ ਮੈਨੂੰ ਹਾਸੇ ਨਾਲ ਉਦੋਂ ਕਹਿੰਦਾ ਵੀ ਜੇ ਡਿਵੋਰਸ ਹੋ ਗਿਆ ਇਸ ਕੰਟੈਕਸਟ 'ਚ ਤੇ ਤੂੰ ਇੱਕ ਪਾਸੇ ਖਲੋਤੀ ਕਚਹਿਰੀ, ਦੂਜਾ ਫਿਰ ਨਾਲ ਇੱਕ ਸੈਂਟੈਂਸ ਹੋਰ ਝਟਕਾ ਕਹਿ ਦੇਣਾ। ਮੈਂ ਕਿਹਾ ਆਪਣਾ ਤਾਂ ਜਿਹੜਾ ਸਿਸਟਮ ਹੈ ਨਾ, ਇੰਡੀਅਨ ਸਿਸਟਮ ਬਹੁਤ ਸਟਰੋਂਗ ਹੈ, ਸੋਸ਼ਲ ਸਿਸਟਮ। ਵਿਆਹ ਤੋਂ ਬਾਅਦ ਆਪਾਂ ਸਾਰੀ ਉਮਰ ਇੱਕ ਦੂਜੇ ਨੂੰ ਚਿੰਬੜੇ ਰਹਿੰਦੇ, ਐਗਜ਼ੈਕਟ ਸੈਂਟੈਂਸ। ਸੋ ਇਹ ਮਨ ਦੇ ਵਿੱਚ ਉਹ ਸੋਸ਼ਲ ਸਿਸਟਮ ਆਪਣਾ ਜਿਹੜਾ ਕਹਿ ਲਓ, ਜਿਸ ਤਰ੍ਹਾਂ ਮੈਮ ਨੇ ਕਿਹਾ ਕਿ ਮਾਂ ਪਿਓ ਕੀ ਸੋਚਣਗੇ, ਸੋਸਾਇਟੀ ਕੀ ਵਟ ਐਵਰ ਇਟ ਇਜ਼, ਉਹ ਮਨ ਦੇ ਵਿੱਚ ਇਹ ਕਿ ਨਹੀਂ ਵੀ ਇਹ ਔਰ ਦੋ ਬੰਦੇ ਇੱਕੋ ਜਿਹੇ ਹੋ ਹੀ ਨਹੀਂ ਸਕਦੇ। ਤੁਸੀਂ ਜਿਹੜਾ ਮੁਹੱਬਤਨਾਮਾ ਕਹਿੰਦੇ ਜੇ, ਇਹ ਤੇ ਇਕਰਾਰਨਾਮਾ ਤੇ ਮੁਹੱਬਤਨਾਮਾ ਹੋ, ਜਾਂ ਮੁਹੱਬਤਨਾਮਾ ਤੇ ਇਕਰਾਰਨਾਮਾ। ਹਾਂਜੀ ਤੇ ਮਨ 'ਚ ਨਹੀਂ ਵੀ ਅਸੀਂ ਇਕੱਠੇ ਰਹਿਣਾ ਵਾ। ਹੁਣ ਜੇ ਲਵ ਮੈਰਿਜ ਕਰਾਉਂਦੇ ਮੁੜ ਕੇ ਫਿਰ ਅੱਡ ਅੱਡ ਹੁੰਦੇ ਆ, ਫਿਰ ਇਕੱਠੇ ਹੁੰਦੇ ਤੇ ਉੱਥੇ ਜਰਮਨੀ। ਹੁਣ ਲਾਸਟ ਟਾਈਮ ਜਦੋਂ ਅਸੀਂ ਜਰਮਨੀ 'ਚੋਂ ਆਏ ਹਾਂ, ਸਾਡੇ ਸ਼ਹਿਰ ਦਾ ਮੈਂ ਪੜ੍ਹ ਰਿਹਾ ਸੀਗਾ 59% ਸਿੰਗਲ ਫੈਮਿਲੀ ਸੀ। ਹਾਂਜੀ ਪਰ ਉਹਨਾਂ ਦੀ ਨਾਰਮਲ ਜੀ ਗੱਲ ਬਣ ਗਈ ਹੈ ਆਪਣਾ। ਹਾਂਜੀ ਮੈਮ, ਇਹ ਤਾਂ ਆਪਣੇ ਵੀ ਬਹੁਤ ਜ਼ਿਆਦਾ ਹੋ ਗਿਆ ਹੁਣ, ਹੈ ਨਾ। ਇਸੇ ਲਈ ਆਪਣੇ ਬਹੁਤ ਹੋ ਗਿਆ। ਸਾਨੂੰ ਵੀ ਹੁੰਦਾ ਵੀ ਤੁਹਾਡੇ ਵਰਗੀਆਂ ਕਹਾਣੀਆਂ ਦਿਖਾਈਆਂ ਜਾਣ ਤਾਂ ਜ਼ਿੰਦਗੀ ਦੇ ਮਸਲੇ ਬਹੁਤ ਜ਼ਿਆਦਾ ਵੱਡੇ ਨਾ ਲੱਗਣ। ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪਤੀ ਪਤਨੀ ਆਪਣੇ ਰਿਸ਼ਤੇ ਨੂੰ ਕਿਵੇਂ ਖੂਬਸੂਰਤੀ ਨਾਲ ਨਿਭਾ ਸਕਦੇ ਨੇ? ਇਹੀ ਹੈ ਕਿ ਇੱਕ ਦੂਸਰੇ ਨੂੰ ਸਮਝਣ ਤੇ ਦੂਸਰੇ ਦੀ ਡਿਫਿਕਲਟੀ ਨੂੰ ਸਮਝਣ। ਤੇ ਤੀਸਰਾ ਇਹ ਹੈ ਕਿ ਹਸਬੈਂਡ ਵਾਈਫ ਆਪਣੇ ਆਪ ਨੂੰ ਸਮਝਣ ਕਿ ਸਾਡਾ ਕੋਈ ਰਿਲੇਸ਼ਨਸ਼ਿਪ ਹੈ। ਇਹ ਨਹੀਂ ਕਿ ਸਾਰੀ ਉਮਰ ਅਸੀਂ ਕਹੀ ਜਾਈਏ ਕਿ ਭੈਣ ਭਰਾ ਇੰਪੋਰਟੈਂਟ ਨੇ। ਉਹਨਾਂ ਨੂੰ ਇੰਪੋਰਟੈਂਸ ਜ਼ਰੂਰ ਦਿਓ, ਪਰ ਇੰਨੀ ਨਾ ਦਿਓ ਕਿ ਤੁਸੀਂ ਦੂਸਰੇ ਬੰਦੇ ਨੂੰ ਇਗਨੋਰ ਕਰ ਦਿਓ। ਹਾਂਜੀ ਭਈ ਇਹ ਵੀ ਸਮਝੋ ਕਿ ਸਾਡਾ ਵੀ ਰਿਲੇਸ਼ਨਸ਼ਿਪ ਹੈ। ਅਸੀਂ ਇਹ ਵੀ ਜਿੱਥੇ ਤੁਸੀਂ ਬੈਲੈਂਸ ਕਰ ਸਕੋਗੇ ਨਾ ਆਪਣੇ ਪੇਰੈਂਟਸ ਤੇ ਆਪਣੇ ਪਾਰਟਨਰ ਦੇ ਨਾਲ, ਉਹ ਲਾਈਫ ਚੰਗੀ ਬੀਤੇਗੀ। ਜਿੱਥੇ ਤੁਸੀਂ ਬੈਲੈਂਸ ਨਹੀਂ ਕਰ ਸਕਦੇ ਕਿ ਤੁਸੀਂ ਜਾਂ ਤੇ ਬਿਲਕੁਲ ਵਾਈਫ ਨੂੰ ਇੰਪੋਰਟੈਂਸ ਦੇਣ ਲੱਗ ਜਾਂਦੇ ਜੋ, ਤੇ ਜਾਂ ਬਿਲਕੁਲ ਪੇਰੈਂਟਸ ਨੂੰ। ਇਹ ਨਹੀਂ ਕਰਦੇ ਕਿ ਵਾਈਫ ਦੇ ਨਾਲ ਇਨਜਸਟਿਸ ਹੋਇਆ ਤੇ ਮੈਂ ਇੱਥੇ ਬੋਲਾਂ, ਇਹ ਸੋਚ ਕੇ ਕਿ ਮੇਰੇ ਪੇਰੈਂਟਸ ਕੀ ਕਹਿਣਗੇ। ਇਹ ਨਹੀਂ ਕਿ ਲੜਨਾ ਹੀ ਹੁੰਦਾ ਆ। ਹਾਂਜੀ ਬਿਲਕੁਲ। ਕਿਉਂਕਿ ਸਾਡੇ ਪੇਰੈਂਟਸ ਪੁਰਾਣੇ ਖਿਆਲਾਂ ਦੇ ਨੇ, ਪਿੰਡਾਂ ਦੇ ਖਾਸ ਕਰਕੇ। ਉਹਨਾਂ ਨੂੰ ਕਈ ਗੱਲਾਂ ਦਾ ਨਹੀਂ ਪਤਾ, ਉਹਨਾਂ ਨੂੰ ਸਮਝਾਉਣ ਦੀ ਲੋੜ ਆ ਤੇ ਉਹ ਸਮਝਣਗੇ। ਤੇ ਜੇ ਅਸੀਂ ਸਮਝਾਵਾਂਗੇ ਨਾ ਤੇ ਉਹ ਕਿੱਥੋਂ ਸਮਝਣਗੇ? ਜੇ ਉਹ ਚੀਜ਼ ਨੋ ਸਮਝਾਉਂਦੀ ਹੈ ਮੇਰੇ ਖਿਆਲ ਕਰੈਕਟ ਹੋ ਜਾਂਦੀ ਹੈ। ਹਾਂ। ਤੇ ਜੇ ਪੁੱਤਰ ਸਮਝਾਉਂਦੇ ਨੇ ਤਾਂ ਸ਼ਾਇਦ ਸੌਖੀ ਸਮਝ ਪਹਿਲੇ ਅਗਲਿਆਂ ਨੂੰ ਵੀ ਥੋੜਾ ਜਿਹਾ ਲੱਗੇਗਾ, ਪਰ ਹੌਲੀ ਹੌਲੀ ਉਹ ਸਮਝਣਗੇ। ਬਿਲਕੁਲ। ਹਾਂ ਵੀ ਇਹ ਠੀਕ ਹੈ, ਇਹ ਠੀਕ ਕਹਿ ਰਿਹਾ ਹੈ। ਤੇ ਇਹ ਜਿੱਥੇ ਤੁਸੀਂ ਬੈਲੈਂਸ ਕਰ ਸਕੋਗੇ ਨਾ, ਉਹ ਤੁਹਾਡੀ ਲਾਈਫ ਚੰਗੀ ਚੱਲੇਗੀ। ਬਿਲਕੁਲ। ਕਿ
ਮਤਲਬ ਆਪਣੀ ਵਾਈਫ ਤੇ ਆਪਣੇ ਪੇਰੈਂਟਸ ਦੇ ਨਾਲ, ਭੈਣ ਭਰਾਵਾਂ ਦੇ ਨਾਲ ਬੈਲੈਂਸ ਰੱਖ ਸਕੋ। ਕਿਸੇ ਇੱਕ ਨੂੰ ਜ਼ਿਆਦਾ ਇੰਪੋਰਟੈਂਸ ਨਾ ਦਿਓ ਤੇ ਕਿਸੇ ਦੂਸਰੇ ਨੂੰ ਘੱਟ ਇੰਪੋਰਟੈਂਸ ਨਾ ਦਿਓ। ਆਮ ਤੌਰ ਤੇ ਅਸੀਂ ਦੇਖਿਆ ਆ ਕਿ ਜਿੱਥੇ ਲੜਾਈਆਂ ਜ਼ਿਆਦਾ ਹੁੰਦੀਆਂ ਉੱਥੇ ਇਹ ਹੁੰਦਾ ਹੈ ਕਿ ਵਾਈਫ ਨੂੰ ਸਦਾ ਆਊਟਸਾਈਡਰ ਹੀ ਸਮਝਿਆ ਜਾਂਦਾ ਹੈ, ਹਾਂਜੀ। ਪਿੰਡਾਂ ਦੇ ਵਿੱਚ ਖਾਸ ਕਰਕੇ ਵਾਈਫ ਨੂੰ ਉਹਨੂੰ ਆਊਟਸਾਈਡਰ ਸਮਝਿਆ ਜਾਂਦਾ, ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਸ ਤੇ ਆਪਣੇ ਦੋਸਤਾਂ ਨੂੰ ਦਿੱਤੀ ਜਾਂਦੀ ਹੈ। ਬਿਲਕੁਲ, ਇਹ ਅੱਜ ਦੇ ਦੌਰ ਦੀ ਵੀ ਬਹੁਤ ਅੱਜ ਦੇ ਦੌਰ ਦੀ ਵੀ ਹੈ ਕਿ ਬਿਲਕੁਲ। ਦੋਸਤ ਕਹਿੰਦੇ ਸਾਰੀ ਉਮਰ ਰਹੇ ਤੇ ਸਾਡਾ ਮੇਰਾ ਲੰਗੋਟੀਆ ਯਾਰ ਆ। ਦੋਸਤ ਦੀ ਯਾਰ ਦੀ ਯਾਰੀ ਵੱਲ ਜਾਣਾ ਚਾਹੀਦਾ, ਐਬੀ ਵੱਲ ਨਹੀਂ ਜਾਣਾ ਚਾਹੀਦਾ। ਤੇ ਵਾਈਫ ਫਿਰ ਕੀ ਹੈ? ਵਾਈਫ ਤੇ ਕੁਝ ਨਹੀਂ ਹੋਈ ਨਾ ਫਿਰ। ਨਾਈਦਰ ਬਲੱਡ ਰਿਲੇਸ਼ਨ ਨੂੰ ਵੀ ਇੰਪੋਰਟੈਂਸ ਦੇ ਦਿੱਤੀ, ਦੋਸਤ ਨੂੰ ਵੀ ਦੇ ਦਿੱਤੀ, ਤੇ ਵਾਈਫ ਫਿਰ ਕਿੱਥੇ ਰਹੀ ਜਿਹੜੀ ਤਾਂ ਆਪਣਾ ਸਾਰਾ ਕੁਝ ਛੱਡ ਕੇ ਤੁਹਾਡੇ ਕੋਲ ਆ ਗਈ ਹੈ? ਉਹਦਾ ਪਲੇਸ ਹੋਣਾ ਚਾਹੀਦਾ ਨਾ, ਉਹਦੇ ਵੀ ਧਿਆਨ ਦੇਣਾ ਚਾਹੀਦਾ ਫੀਲਿੰਗ ਨੂੰ। ਇਹ ਨਹੀਂ ਕਿ 100% ਤੁਸੀਂ ਪੇਰੈਂਟਸ ਨੂੰ ਭੁੱਲ ਜਾਓ, ਉਹਨਾਂ ਦਾ ਵੀ ਧਿਆਨ ਦਿਓ। ਕਿਉਂਕਿ ਅੱਜ ਜੇ ਮੇਰਾ ਬੇਟਾ ਮੈਨੂੰ ਇੰਪੋਰਟੈਂਸ ਨਹੀਂ ਦਿੰਦਾ ਤਾਂ ਮੈਨੂੰ ਬਹੁਤ ਫੀਲ ਹੋਏਗਾ। ਬਿਲਕੁਲ ਠੀਕ ਹੈ ਨਾ। ਪਰ ਜੇ ਮੈਂ ਆਪਣੀ ਨੂੰਹ ਨੂੰ ਤੰਗ ਕਰਾਂਗੀ ਤੇ ਇਹਦਾ ਮਤਲਬ ਮੈਂ ਵੀ ਰਹੂੰਗਾ। ਸੋ ਇਸੇ ਤਰ੍ਹਾਂ ਹੀ ਸਾਨੂੰ ਦੋਨਾਂ ਪਾਸਿਆਂ ਦੇਖਣਾ ਪਏਗਾ ਤੇ ਬੈਲੈਂਸ ਇਜ਼ ਵੈਰੀ ਇੰਪੋਰਟੈਂਟ। ਜੇ ਹੁਣ ਆਪਣੇ ਪੇਰੈਂਟਸ ਨੂੰ ਧਿਆਨ ਨਹੀਂ ਦਿੰਦੇ ਤਾਂ ਵੀ ਮਾੜੀ ਗੱਲ ਹੈ, ਤੇ ਜੇ ਆਪਣੀ ਵਾਈਫ ਨੂੰ ਧਿਆਨ ਨਹੀਂ ਦਿੰਦੇ ਤਾਂ ਵੀ ਮਾੜੀ ਗੱਲ ਹੈ। ਸੋ ਕਿਸੇ ਦੀ ਚੁੱਕ ਚਕਾ 'ਚ ਨਹੀਂ ਆਉਣਾ ਚਾਹੀਦਾ। ਆਪਣੇ ਮੈਂ ਅੱਜ ਤੱਕ ਇਹ ਧਿਆਨ ਦਿੱਤਾ ਆ ਕਿ ਮੈਨੂੰ ਜਿਵੇਂ ਹੁਣ ਐਜ਼ ਏ VC ਦੀ ਵਾਈਫ ਮੇਰੇ ਨੌਕਰਾਂ ਦੇ ਬਰਖਲਾਫ ਕਈਆਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੀ ਆਪਸ ਵਿੱਚ ਲੱਗਦੀ ਸੀ। ਮੈਂ ਉਹਨਾਂ ਨੂੰ ਸਾਫ਼ ਕਿਹਾ ਕਿ ਮੈਂ ਜਦ ਤੱਕ ਆਪ ਨਹੀਂ ਦੇਖ ਲਾਂਗੀ ਕਿ ਇਹਦੇ 'ਚ ਕਸੂਰ ਹੈ, ਮੈਂ ਉਹਨੂੰ ਕੁਝ ਨਹੀਂ ਕਹਾਂਗੀ। ਹਾਂਜੀ। ਖਾਸ ਕਰਕੇ ਮੇਰੇ ਕੁੱਕ ਦੇ ਅਗੇਂਸਟ ਬੜਿਆਂ ਨੇ ਕਈਆਂ ਨੇ ਚੁੱਕਿਆ, ਕੋਈ ਜਿੱਦੀ ਉਹਦੇ ਨਾਲ ਨਹੀਂ ਬਣਦੀ, ਮੈਂ ਕਦੀ ਉਹਨੂੰ ਕੁਝ ਨਹੀਂ ਕਿਹਾ। ਮੈਂ ਕਿਹਾ ਜਦ ਤੱਕ ਮੈਂ ਆਪ ਨਹੀਂ ਦੇਖਾਂਗੀ ਉਹਦੇ 'ਚ ਕੀ ਡਿਫੈਕਟ ਹੈ ਮੈਂ ਇਹ ਨਹੀਂ ਕਰਾਂਗੀ। ਬਿਲਕੁਲ। ਸੋ ਤੁਸੀਂ ਦੋਨੋਂ ਪਾਸਿਆਂ ਦੀ ਸੁਣੋ ਤੇ ਦੋਨਾਂ ਪਾਸਿਆਂ ਨੂੰ ਸਮਝਾਓ। ਹਾਂਜੀ। ਦਿਸ ਇਜ਼ ਦਾ ਬੈਲੈਂਸ। ਫਿਰ ਲਾਈਫ ਠੀਕ ਚੱਲੇਗੀ, ਫਿਰ ਤੁਹਾਡੇ ਘਰ 'ਚ ਸ਼ਾਂਤੀ ਰਹੇਗੀ। ਜੇ ਤੁਹਾਡੀ ਵਾਈਫ ਤੁਹਾਡੇ ਪੇਰੈਂਟਸ ਨਾਲ ਮਿਸਬਿਹੇਵ ਕਰ ਰਹੀ ਹੈ ਉਹਨੂੰ ਵੀ ਟੋਕੋ, ਜੇ ਪੇਰੈਂਟਸ ਕਰ ਰਹੇ ਹਨ ਤੇ ਉਹਨੂੰ ਵੀ ਟੋਕੋ। ਬਿਲਕੁਲ। ਇਹ ਨਹੀਂ ਕਿ ਵੀ ਇਹ ਹੁਣ ਪੇਰੈਂਟਸ ਨੇ ਇਹਨਾਂ ਨੂੰ ਤਾਂ ਕਰਕੇ ਕੁਝ ਨਹੀਂ ਕਹਿਣਾ ਤੇ ਇਹ ਲਾਈਫ ਪਾਰਟਨਰ ਹੈ ਇਹਨੂੰ ਤਾਂ ਕਰਕੇ ਕੁਝ ਨਹੀਂ ਕਹਿਣਾ। ਦੋਨਾਂ ਨੂੰ ਹੀ ਕਹਿਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਔਰ ਇਹ ਜਿਹੜਾ ਹੈ ਇਹ ਰੋਲ ਬੜਾ ਡਿਫਿਕਲਟ ਹੈ, ਪਰ ਜੇ ਇਹ ਰੋਲ ਅਸੀਂ ਠੀਕ ਤਰ੍ਹਾਂ ਨਿਭਾ ਸਕੀਏ ਤੇ ਤਾਂ ਫੈਮਿਲੀ ਬਹੁਤ ਅੱਛੀ ਤਰ੍ਹਾਂ ਚੱਲ ਸਕਦੀ ਹੈ। ਹੈਡ ਆਫ ਦਾ ਫੈਮਿਲੀ ਜਿਹੜਾ ਨਾ ਉਹਦੀ ਇੰਪੋਰਟੈਂਸ ਬਹੁਤ ਹੈ। ਜਿੱਥੇ ਹੈਡ ਵੀਕ ਹੋ ਜਾਂਦਾ ਨਾ ਉੱਥੇ ਘਰ ਠੀਕ ਨਹੀਂ ਚੱਲ ਸਕਦਾ। ਹੈਡ ਆਫ ਦਾ ਫੈਮਿਲੀ ਨੂੰ ਬਹੁਤ ਬੱਚਿਆਂ ਦੇ ਨਾਲ ਵੀ ਕਰਨਾ ਪੈਂਦਾ ਉਹਨਾਂ ਨੂੰ ਕਿ ਬੱਚੇ ਵੀ, ਕਿਉਂਕਿ ਹੁਣ ਆਪਣਾ ਆਪਾਂ ਹਾਲੇ ਤੱਕ ਬਾਹਰ ਵਾਲੇ ਤੇ ਬਣੇ ਨਹੀਂਗੇ। ਹਾਂਜੀ। ਉੱਥੇ ਤੇ ਕਹਿ ਦਿੰਦੇ ਨੇ ਇੰਨੇ ਸਾਲ ਤੋਂ ਬਾਅਦ ਬੱਚਾ ਜੇ ਸਾਡੇ ਕੋਲ ਰਹਿਣਾ ਹੈ ਤੇ ਪੇਮੈਂਟ ਕਰ, ਨਹੀਂ ਤਾਂ ਜਾ ਆਪਣਾ ਘਰ ਲੈ ਕੇ ਰਹਿ। ਉਹ ਆਪਾਂ ਕਦੀ ਨਹੀਂ ਕਰ ਸਕਦੇ। ਹਾਂਜੀ। ਪਤਾ ਨਹੀਂ ਕਿੰਨੇ ਸਾਲ ਲੱਗਣਗੇ ਸਾਨੂੰ ਇਸ ਸਟੇਜ ਤੇ ਪਹੁੰਚਣ ਵਾਸਤੇ। ਪਹੁੰਚਣਾ ਚਾਹੀਦਾ ਨਹੀਂ, ਬੜਾ ਸੋਹਣਾ ਆਪਣਾ ਸੋਸ਼ਲ ਸਿਸਟਮ ਹੈ। ਆਪਣਾ ਸੋਸ਼ਲ ਸਿਸਟਮ ਬਹੁਤ ਚੰਗਾ ਵਾ। ਸੋਸ਼ਲ ਸਿਸਟਮ ਚੰਗਾ ਹੈ। ਮੇਰੇ ਖਿਆਲ ਫਾਰਨਰ ਵੀ ਇਸੇ ਪਾਸੇ ਆਉਣਗੇ, ਆਪਣੀਆਂ ਬਹੁਤ ਚੀਜ਼ਾਂ ਅਡਾਪਟ ਕਰ ਰਹੇ ਨੇ ਉਹ। ਬਿਲਕੁਲ। ਵਟ ਬੀਫ ਇਜ਼ ਵੈਰੀ ਇੰਪੋਰਟੈਂਟ ਫॉर them, ਪਰ ਹੁਣ ਉਹ ਕਹਿ ਰਹੇ ਨੇ ਕਿ ਵੈਜੀਟੇਰੀਅਨ ਫੂਡ ਖਾਣਾ ਚਾਹੀਦਾ। ਜਦੋਂ ਅਸੀਂ ਸ਼ੁਰੂ 'ਚ ਗਏ ਸਾਂ 70s 'ਚ, ਉਦੋਂ ਇੱਕ ਲੈਕਚਰ ਦਿੱਤਾ। ਅਸੀਂ ਉਸ ਟਾਈਮ ਥੋੜ੍ਹੇ ਦਿਨ ਹੋਸਟਲ 'ਚ ਰਹੇ ਸਾਂ, ਸਾਡਾ ਘਰ ਖਾਲੀ ਨਹੀਂ ਸੀਗਾ ਜਿੱਥੇ ਅਸੀਂ ਜਾਣਾ ਸੀਗਾ। ਤੇ ਉੱਥੇ ਕੋਈ ਇੰਡੀਆ ਦਾ ਟੂਰ ਕਰਕੇ ਆਈ, ਉਹਨੇ ਇੰਡੀਆ ਦੇ ਬਾਰੇ 'ਚ ਦੱਸਣਾ ਸ਼ੁਰੂ ਕੀਤਾ। ਇੱਕ ਪਾਸੇ ਉਹਨੇ ਪਤਲੀ ਜੀ ਗਾਂ ਖੜੀ ਕਰਤੀ, ਦੂਜੇ ਪਾਸੇ ਪਤਲਾ ਜਿਹਾ ਬੰਦਾ ਖੜਾ ਕਰਤਾ। ਕਹਿੰਦੇ ਆ ਵੀ ਭੁੱਖਾ ਮਰ ਰਿਹਾ, ਆ ਵੀ ਭੁੱਖਾ ਮਰ ਰਿਹਾ। ਗਾਂ ਵੀ ਭੁੱਖੀ ਮਰ ਰਹੀ ਹੈ ਤੇ ਬੰਦਾ ਵੀ ਭੁੱਖਾ ਮਰ ਰਿਹਾ। ਇਹ ਕਿਉਂ ਨਹੀਂ ਕਰਦਾ ਕਿ ਇਹਨੂੰ ਕੱਟ ਕੇ ਖਾ ਲਵੇ, ਉਹ ਵੀ ਬਚ ਜਾਏਗਾ ਤੇ ਉਹ ਵੀ ਬਚ ਜਾਏਗੀ। ਦਿਸ ਵਾਸ देयर ਫੀਲਿੰਗ ਕਿ ਇੰਡੀਅਨ ਐਂਡ ਬੇਵਕੂਫ ਨੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀਗਾ। ਬਿਲਕੁਲ। ਤੇ ਵੈਜੀਟੇਰੀਅਨ ਦੇ ਤੇ ਉਹ ਨੇੜੇ ਤੇੜੇ ਨਹੀਂ ਸੀ ਜਾਂਦੇ। ਹੁਣ ਮੈਂ ਦੇਖਿਆ ਕਿ ਦੇ ਆਰ ਕਮਿੰਗ ਟੂਵਰਡ ਵੈਜੀਟੇਰੀਅਨ ਫੂਡ। ਹਾਂਜੀ। ਤੇ ਹੁਣ ਇੱਕ ਨੇ ਲਿਖ ਕੇ ਲਾਇਆ, ਆਈ ਹੈਵ ਟਰਾਈਡ ਵੈਜੀਟੇਰੀਅਨ ਐਂਡ ਆਈ ਐਮ ਸਟਿਲ ਅਲਾਈਵ। ਇਹਦਾ ਮਤਲਬ ਕਿ ਮੈਂ ਹੁਣ ਵੈਜੀਟੇਰੀਅਨ ਫੂਡ ਖਾਦਾ ਹੈ ਤੇ ਮੈਂ ਜਿੰਦੀ ਹਾਂ। ਉਦੋਂ ਉਹਨਾਂ ਨੂੰ ਲੱਗਦਾ ਸੀ ਬੰਦਾ ਮਰ ਜਾਊਗਾ ਜੇ ਵੈਜੀਟੇਰੀਅਨ ਖਾਏਗਾ। ਸਹੀ ਗੱਲ। ਸੋ ਉਹ ਵੀ ਸਾਡੇ ਸਿਸਟਮ ਵੱਲ ਕਈ ਚੀਜ਼ਾਂ ਆ ਰਹੀਆਂ ਨੇ, ਆਪਾਂ ਦੇਖ ਰਹੇ ਹਾਂ ਕਿ ਕਈ ਚੀਜ਼ਾਂ ਆ ਰਹੀਆਂ ਨੇ। ਸੋਸ਼ਲ ਸਿਸਟਮ ਵੀ ਸ਼ਾਇਦ ਆਪਣਾ ਠੀਕ ਹੋਵੇ, ਪਰ ਪਹਿਲੇ ਅਸੀਂ ਆਪਣੇ 'ਚ ਤਾਂ ਇੰਪਰੂਵਮੈਂਟ ਕਰੀਏ। ਬਿਲਕੁਲ ਬਿਲਕੁਲ। ਦਿਸ ਵੈਰੀ ਮਤਲਬ ਕਿ ਜਦੋਂ ਕਿਸੇ ਨੂੰ ਮਾੜਾ ਕਹਿੰਦੇ ਜਾਂ ਪਹਿਲਾਂ ਸੋਚੇ ਕਿ ਮੈਂ ਇਸ ਸਿਚੁਏਸ਼ਨ ਤੋਂ ਮੈਂ ਕੀ ਕਰੂੰਗਾ। ਹਾਂ ਬਸ ਪਹਿਲੇ ਆਪਣੇ ਮੇਰੇ ਆਪ 'ਚ ਨੂੰ ਕੀ ਹੈ। ਮੈਡਮ ਨੇ ਨਾ ਦੋ ਗੱਲਾਂ ਬਾਅਦ ਮੈਂ ਕਹਿਣਾ ਚਾਹੂੰਗਾ। ਪਹਿਲਾ, ਇੱਕ ਤਾਂ ਜਰਮਨ ਕੀ ਸੋਚਦੇ ਕੁਛ ਲੋਕੀ, ਜ਼ਿਆਦਾ ਨਹੀਂ,
ਪਰ ਆਪਣਾ ਬੈਲੈਂਸ, ਇਹ ਬੈਲੈਂਸਿੰਗ ਬਹੁਤ ਔਖੀ, ਬਹੁਤ ਜ਼ਿਆਦਾ ਔਖੀ। ਨੋਟ ਵਨਸ, ਕਈ ਵਾਰੀ ਇਸ ਤਰ੍ਹਾਂ ਦਾ ਮੈਨੂੰ ਕਹਿੰਦੀ ਕਿ ਮੈਂ ਆਹ ਗੱਲ ਕਹੀ ਸੀਗੀ ਤੇ ਤੁਸੀਂ ਮੇਰੇ ਨਾਲ ਨਾਰਾਜ਼ ਹੋ ਗਏ, ਇਹੋ ਗੱਲ ਫਲਾਣੇ ਨੇ ਕਹੀ ਆ, ਤੁਹਾਡੇ ਯਾਰ ਨੇ, ਤੁਸੀਂ ਨਹੀਂ ਨਾਰਾਜ਼ ਨਹੀਂ ਹੋਏ। ਮੈਂ ਉਹ ਫਿਰ ਹੌਲੀ ਹੌਲੀ ਉਹ ਐਨਾਲਿਸਿਸ ਕਰਦੇ ਆ ਨਾ ਮਨ ਦੇ ਵਿੱਚ ਕੀ ਗੱਲ, ਫਿਰ ਮੈਨੂੰ ਜਵਾਬ ਦੇਣ ਲੱਗ ਪਿਆ, ਮੈਡਮ ਯੂ ਆਰ ਪਾਰਟ ਆਫ ਮੀ, ਤੂੰ ਮੇਰਾ ਹਿੱਸਾ ਵਾਂ, ਉਹ ਬੇਗਾਨਾ ਆਦਮੀ ਆ, ਉਹ 'ਤੇ ਮੈਂ ਉਹਨਾਂ ਗੁੱਸਾ ਨਹੀਂ ਕਰ ਸਕਦਾ। ਮੈਨੂੰ ਨਹੀਂ ਪਤਾ ਮੈਂ ਠੀਕ ਹਾਂ ਜੀ ਗਲਤ ਹੈ, ਪਰ ਮੈਂ ਇਹਨੂੰ ਜਵਾਬ ਇਹ ਮੇਰੇ ਖਿਆਲ ਨੋਟ ਫਰੀਕੁਐਂਟਲੀ ਪਰ ਕਾਫੀ ਵਾਰੀ ਜਵਾਬ ਦਿੱਤਾ। ਦੂਜਾ, ਜਰਮਨ ਦੇ ਵਿੱਚ ਕੁਛ ਲੋਕ ਆਪਾਂ ਮਿਸ ਇਨਫੋਰਮੇਸ਼ਨ ਦਿੰਦੇ। ਇੱਕ ਮੀਟਿੰਗ ਚੱਲ ਰਹੀ, ਕਾਨਫਰੰਸ ਚੱਲ ਰਹੀ ਸੀ, ਤੇ ਉਹਦੇ ਇੱਕ ਜਣਾ ਉੱਠ ਕੇ ਪ੍ਰੈਜ਼ੈਂਟ ਕੀਤੀ ਜਰਮਨ ਨੇ ਕਿ ਕਹਿੰਦੇ ਕਿ ਇੰਡੀਆ ਦੇ ਵਿੱਚ ਇੱਕ ਫੂਡ ਇਹ ਵਨ ਟਾਈਮ ਰੋਟੀ ਮਿਲਦੀ ਹੈ। ਅਤੇ ਜਰਮਨੀ 'ਚ ਇਹ ਹੈ ਕਿ ਜਦੋਂ ਮੈਂ ਜਰਮਨ ਲੈਂਗੁਏਜ ਸਿੱਖ ਰਿਹਾ ਤਾਂ ਉਹਦਾ ਇੱਕ ਲੈਸਨ ਸੀਗਾ ਰੋਟੀ ਬਾਬਤ, ਖਾਣਿਆਂ ਬਾਬਤ, ਮੀਲ ਬਾਬਤ। ਇੱਕ ਹੌਟ ਮੀਲ ਮੇਨ ਮੀਲ ਉਹ ਜਿਹੜਾ ਵਾ ਉਹ ਦੁਪਹਿਰ ਵਾਲੇ ਨੂੰ ਕਹਿੰਦੇ। ਸ਼ਾਮਾਂ ਨੂੰ ਆਮ ਤੌਰ 'ਤੇ ਬ੍ਰੈਡ, ਠੰਡੀ ਬ੍ਰੈਡ, ਮਾੜੀ ਮੋਟੀ ਗਰਮ ਨਹੀਂ, ਗਰਮ ਖਾਣਾ ਇੱਕ ਟਾਈਮ ਖਾਂਦੇ ਨੇ ਦੁਪਹਿਰ ਵਾਲਾ, ਉਹਨੂੰ ਹੌਟ ਮੀਲ ਲੰਚ। ਕਹਿੰਦੇ। ਇਹ ਵੀ ਹਰ ਕੰਟਰੀ ਦਾ ਡਿਫਰੈਂਟ ਹੈ। ਜਰਮਨੀ ਦਾ ਇਹ ਹੈ ਕਿ ਲੰਚ ਉਹਨਾਂ ਨੇ ਗਰਮ ਖਾਣਾ, ਬ੍ਰੇਕਫਾਸਟ ਵੀ ਠੰਡਾ ਤੇ ਡਿਨਰ ਵੀ ਠੰਡਾ। ਤੇ ਮੈਂ ਫਿਰ ਉਹ ਕਿਉਂ ਮੈਨੂੰ ਗੁੱਸਾ ਚੜ੍ਹਿਆ ਜਦੋਂ ਉਹਨੇ ਕਿਹਾ, ਮੈਂ ਆਈ ਫਰਮ ਪੰਜਾਬ, ਮੈਨੂੰ ਸਵੇਰੇ ਬੀਬੀ ਮੈਨੂੰ ਗਰਮ ਬ੍ਰੇਕਫਾਸਟ ਨਹੀਂ ਦੇ ਰਹੀ ਹੈ, ਮੈਨੂੰ ਦੁਪਹਿਰੇ ਲੰਚ ਵੀ ਗਰਮ ਮਿਲਦਾ ਤੇ ਸ਼ਾਮ ਨੂੰ ਮਿਲਦਾ, ਤੁਸੀਂ ਇੱਕੇ ਟਾਈਮ 'ਤੇ ਗਰਮ ਖਾਂਦੇ ਜੇ, ਤੁਹਾਡੇ ਨਾਲੋਂ ਮੈਨੂੰ ਬੈਟਰ ਮਿਲਦੇ ਆ, ਤੇ ਇਹ ਮਿਸ ਇਨਫੋਰਮੇਸ਼ਨ ਤੁਸੀਂ ਕਿਉਂ ਦੇ ਰਹੇ ਜੇ। ਉਹ ਜੈਂਟਲਮੈਨ ਨੇ ਇੱਕ ਉੱਠ ਕੇ ਮਾਫੀ ਮੰਗੀ। ਨੰਬਰ 2 ਨੇ ਕਿਹਾ ਕਿ ਤੁਹਾਡਾ ਕੋਈ ਮਿਨਿਸਟਰ ਆਇਆ ਸੀ, ਉਹ ਕਹਿੰਦੇ ਕਿ ਸਾਡੇ ਇੱਕ ਟਾਈਮ 'ਤੇ ਰੋਟੀ ਮਿਲਦੀ। ਸੋ ਆਪਣੇ ਲੋਕੀ ਜਾ ਕੇ ਜਦੋਂ ਪਤਾ ਨਹੀਂ ਉਹਨਾਂ ਕੋਲ ਕੀ ਕਿਸ ਕਰਕੇ ਗਲਤ ਤਰ੍ਹਾਂ ਦੀ ਇਨਫੋਰਮੇਸ਼ਨ ਦਿੰਦੇ। ਪਰ ਉਹ ਜਿਹੜਾ ਬੈਲੈਂਸ ਹੈ ਨਾ ਹਿਊਮਨ ਰਿਲੇਸ਼ਨਸ, ਅਖੀਰ 'ਤੇ ਫਿਰ ਉੱਥੇ ਗੱਲ ਆ ਜਾਂਦੀ, ਵੀ ਹੈਵ ਟੂ ਗਿਵ ਐਂਡ ਟੇਕ। ਜਿਹੜੀ ਲਾਈਫ ਆ ਇਹ ਐਡਜਸਟਮੈਂਟ ਆ, ਲਾਈਫ ਕੰਪਰੋਮਾਈਜ਼ ਆ, ਇੱਕੋ ਜਿਹਾ ਸੁਭਾਅ ਹੋ ਹੀ ਨਹੀਂ ਸਕਦਾ। ਔਰ ਆਪ ਹੀ ਅੱਜ ਕੱਲ੍ਹ ਕੋਈ ਹੋਰ ਕਹਿ ਦੇਈਦੀ ਆ, 10 ਦਿਨਾਂ ਨੂੰ ਕਿਸੇ ਪਾਸਿਓਂ ਹੋਰ। ਇਹ ਹਿਊਮਨ ਨੇਚਰ ਹੈ ਕਿ ਇੱਕ ਜਣਾ ਜਿਹੜੀ ਗੱਲ ਕਰਦਾ ਵਾ, ਦੂਜਾ ਉਹਨੂੰ ਦੂਜੇ ਤਰੀਕੇ ਨਾਲ ਸੋਚਦਾ। ਗਲਾਸ ਅੱਧਾ ਭਰਿਆ ਜਾਂ ਅੱਧਾ ਖਾਲੀ, ਇਟ ਹਿਊਮਨ ਨੇਚਰ। ਸੋ ਉਹਦੀ ਐਡਜਸਟਮੈਂਟ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਔਰ ਉਹ ਅਸੀਂ ਮੇਰੇ ਖਿਆਲ ਬੜੇ ਸੋਹਣੇ ਤਰੀਕੇ ਨਾਲ ਕੀਤੀ ਹੈ। ਠੀਕ ਹੈ, ਨਾਰਾਜ਼ਗੀ ਚੱਲਦੀ ਰਹਿੰਦੀ, ਔਰ ਬੱਚੇ ਖੁਸ਼ ਆ, ਅਸੀਂ ਵੀ ਖੁਸ਼। ਇਹ ਸਵਾਲ ਵੈਸੇ ਮੇਰਾ ਪੁੱਛਣਾ ਨਹੀਂ ਬਣਦਾ, ਪਰ ਫਿਰ ਵੀ ਮੈਂ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਬਹੁਤ ਸਾਰੇ ਜਿਹੜੇ ਮੇਰੀ ਏਜ ਦੇ ਸ਼ਾਇਦ ਜੋੜੇ ਨੇ, ਤਾਂ ਉਹਨਾਂ ਨੂੰ ਲੱਗਦਾ ਹੁੰਦਾ ਵੀ ਜਿਨ੍ਹਾਂ ਨੇ ਜ਼ਿੰਦਗੀ ਹੰਢਾ ਲਈ ਉਹਨਾਂ ਦੀ ਜ਼ਿੰਦਗੀ ਸ਼ਾਇਦ ਬਹੁਤ ਸੌਖੀ ਲੰਘੀ ਹੋਏਗੀ। ਬਹੁਤ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਅਮੀਰ ਘਰਾਂ 'ਚ ਤਾਂ ਜ਼ਿੰਦਗੀ ਆ ਜਿਹੜੀ ਉਹ ਲੰਘ ਹੀ ਜਾਂਦੀ ਹੈ ਨਾ, ਪਰ ਮਸਲੇ ਮੈਨੂੰ ਲੱਗਦਾ ਪਰਿਵਾਰਿਕ ਸੇਮ ਹੀ ਹੁੰਦੇ ਆ, ਚਾਹੇ ਤੁਹਾਡੇ ਕਿਵੇਂ ਦੇ ਵੀ ਹਾਲਾਤ ਹੋਣ ਤਾਂ ਸੇਮ ਹੀ ਹੁੰਦੇ ਆ। ਤਾਂ ਤੁਹਾਨੂੰ ਲੱਗਦਾ ਹੈ ਕਿ ਅਸੀਂ ਜਿਹੜੀ ਜ਼ਿੰਦਗੀ ਇੱਕ ਦੂਜੇ ਨਾਲ ਗੁਜ਼ਾਰੀ ਆ ਉਹ ਬਹੁਤ ਬਿਹਤਰ ਆ, ਜਾਂ ਇਸ ਤੋਂ ਬਿਹਤਰ ਇਹਨੂੰ ਬਣਾਇਆ ਜਾ ਸਕਦਾ ਸੀ? ਨਹੀਂ, ਮੇਰੇ ਖਿਆਲ 'ਚ ਤੇ ਇਸ ਤੋਂ ਬਿਹਤਰ ਅਸੀਂ ਕੀ ਬਣਾਉਣਾ ਸੀਗਾ ਕਿ ਇਹ ਤੋਂ ਬਿਹਤਰ ਇਹ ਹੋ ਸਕਦਾ ਕਿ ਮੈਂ ਥੋੜ੍ਹਾ ਕੰਮ ਘੱਟ ਕਰਦਾ। ਹਾਂ, ਮੈਂ ਸਮਟਾਈਮ ਇਹ ਫੀਲ ਕਿ ਮੈਂ ਬੱਚਿਆਂ ਬਾਬਤ ਇੱਧਰ ਧਿਆਨ ਨਹੀਂ ਦਿੱਤਾ। ਮਤਲਬ ਕਿ ਤੁਹਾਨੂੰ ਹੋਰ ਕਹਾਣੀ ਸੁਣਾਉਣਾ, ਕਿਉਂਕਿ ਮੈਂ ਸਵੇਰੇ ਸੌਤੇ ਚਲੇ ਜਾਣਾ ਅਤੇ ਰਾਤ ਨੂੰ ਸ਼ਾਮਾਂ ਨੂੰ ਸਾਰੀ ਯੂਨੀਵਰਸਿਟੀ ਬੰਦ ਆ, ਅਤੇ ਮੈਂ ਉੱਥੇ ਕੰਮ ਕਰਦੇ ਹੋਣਾ। ਜਦੋਂ ਸੈਕਿੰਡ ਟਾਈਮ ਗਿਆ 88 ਦੇ ਵਿੱਚ, 88 ਨਾਲ 90, 3 ਸਾਲ ਰਹੇ ਸਾਂ। ਪ੍ਰੋਬਲੀ ਇਟਾਲੀਅਨ ਲੜਕੀ ਸੀ, ਛੋਟੇ ਛੋਟੇ ਦੇ 2 ਬੱਚੇ ਸੀ, ਉਹ ਨਾਲ ਉਹ ਸਫਾਈ ਕਰਨ ਆਉਂਦੀ ਸੀ ਸ਼ਾਮਾਂ ਨੂੰ ਆਉਣਾ 7:30, 8 ਸਮਥਿੰਗ ਲਾਈਕ ਦਿਸ। ਇੱਕ ਦਿਨ ਉਹ ਲੜਕੇ ਨਾਲ ਗੱਲ ਕਰਨਾ, ਲੜਕਾ ਦਾ ਹੋਊਗਾ 7-8 ਸਾਲ ਦਾ, ਲੜਕੀ 10 ਸਾਲ ਦੀ ਹੋਊਗੀ ਨਾਲ ਉਹਦੇ। ਉਹ ਆਪ ਮੇਰੇ ਕੋਲ ਮਿਡ 30 'ਚ, ਅਤੇ ਉਹ ਗੱਲਾਂ ਕਰਨ ਲੱਗ ਪਈ। ਮੈਂ ਦੱਸਿਆ ਮੇਰੇ 2 ਬੱਚੇ ਆ, ਅਤੇ ਮੈਂ ਉਹ ਫਲਾਣੀ ਗਲੀ ਸਟੈਕਫੀਲਡ ਸਟ੍ਰਾਸੇ ਬਹੁਤ ਮਸ਼ਹੂਰ ਮਹੱਲਾ ਉੱਥੇ ਰਹਿੰਦਾ। ਉਹ ਕਹਿੰਦਾ ਜਰਮਨੀ, ਮੰਮੀ ਹੀ ਹੈ ਚਿਲਡਰਨ, ਇਹਦੇ ਬੱਚੇ ਵੀ ਹੈਗੇ ਅਤੇ ਘਰ ਵੀ ਹੈਗਾ। ਉਹਨੂੰ ਇਹ ਮੈਂ ਉੱਥੇ ਹੀ ਸੌਂਦਾ। ਇਹਨਾਂ ਨੇ ਗੱਲ ਕੀਤੀ ਕਿ ਵੀ ਮੇਰੇ ਵੀ ਬੱਚੇ ਤੁਹਾਡੇ ਜਿੱਡੇ ਨੇ, ਤੇ ਉਹਨੂੰ ਹੈਰਾਨਗੀ ਹੋਈ ਕਿ ਇਹਦੇ ਬੱਚੇ ਵੀ ਹੈਗੇ ਨੇ। ਉਹਨੂੰ ਇਹ ਵੀ ਇੱਥੇ ਮੈਂ ਤਾਂ ਇੱਥੇ ਸੌਂਦਾ ਵਾਂ, ਕਿਉਂ ਜਦੋਂ ਮੈਂ ਉੱਥੇ ਤੁਹਾਨੂੰ ਕੰਮ ਕਰਦੇ ਹੀ ਵੇਖਦੇ ਤੇ ਔਖਾ ਟਾਈਮ। ਹਾਂ, ਔਖਿਆਈ ਵੀ ਅੱਖੀ ਹੈ ਕਿ ਪਹਿਲੀ ਜਦੋਂ ਦੇਖੋ ਉਸ ਸਾਡੀ ਪੈਲੀ ਪਿੰਡ 'ਚ ਜ਼ਿਆਦਾ ਸੀ, ਸਭ ਤੋਂ ਬਜ਼ੁਰਗ ਵੀ ਪੜ੍ਹੇ ਲਿਖੇ ਸੀਗੇ, ਡਾਕਟਰੀ ਵੀ ਕਰਦੇ, ਥੋੜ੍ਹੇ ਬਹੁਤੇ ਪੈਸੇ ਕਮਾਉਂਦੇ ਹੀ ਸੀਗੇ। ਪਰ ਉਦੋਂ ਇਹ ਹੁੰਦਾ ਕਿ ਬੱਚਿਆਂ ਕੋਲ ਕੰਮ ਬਹੁਤ ਕਰਾਉਣਾ।
ਜਦੋਂ ਸਕੂਲੋਂ ਆਉਣਾ ਕਹਿਣਾ ਡੰਗਰ ਚਾਰੋ, ਛੋਟੇ ਸਾਂ। ਸ਼ਨੀਚਰ ਐਤਵਾਰ ਜਦੋਂ ਛੁੱਟੀ ਹੋਣੀ ਉਦੋਂ ਕਹਿਣਾ ਹਾਲ ਵਾਓ, ਫਲਾਣਾ ਕੰਮ ਕਰੋ ਜੀ, ਇਹ ਕਰਨਾ ਉਹ ਕਰਨਾ, ਐਟਸੈਟਰਾ ਐਟਸੈਟਰਾ। ਔਰ ਜਦੋਂ ਮੈਨੂੰ ਅੰਮ੍ਰਿਤਸਰ ਪਾਤਾ, ਅਸੀਂ ਪਿੰਡ 'ਚੋਂ 2 ਜਣੇ ਸਾਂ ਜਿਹੜੇ ਅੰਮ੍ਰਿਤਸਰ, ਸਵੇਰੇ 5:57 'ਤੇ ਟ੍ਰੇਨ ਆਉਂਦੀ ਸੀ। ਸਾਡਾ ਫਾਰਮ ਹਾਊਸ ਜਿਹੜਾ ਸੀਗਾ ਸਟੇਸ਼ਨ ਤੋਂ ਅੱਧਾ ਘੰਟਾ ਦੂਰ ਹੋਣਾ, ਰਾਹ 'ਚ ਫਸਲਾਂ ਹੋਣੀਆਂ। ਉਹ ਮੇਰੇ ਨਾਲ ਦੇ ਜਿਹੜਾ ਦੂਜਾ ਸਾਥੀ, ਉਹਨੇ ਕਹਿਣਾ ਥੋੜ੍ਹੇ ਦਿਨ ਗੱਲਾਂ ਹੋਣੀ, ਕਹਿੰਦਾ ਬਲਦੇਵ ਤੇਰਾ ਪਜਾਮਾ ਸਾਦਾ ਤਰੇਲ ਨਾਲ ਭਿੱਜਿਆ ਹੁੰਦਾ ਸੀਗਾ। ਹਾਂਜੀ। ਅਤੇ ਬੀਬੀ ਨੇ ਮੇਰੇ ਤੋਂ ਪਹਿਲਾਂ ਉੱਠਣਾ, ਉਹਨੇ ਮੈਨੂੰ ਉਠਾਉਣ ਦੀ ਕੋਸ਼ਿਸ਼ ਕਰਨੀ, ਕਦੀ ਉੱਠਣਾ ਕਦੀ ਨਹੀਂ ਉੱਠਣਾ। ਜੇ ਤਾਂ ਟਾਈਮ 'ਤੇ ਉੱਠ ਪਿਆ ਤਾਂ ਨਲਕੇ 'ਤੇ ਨਹਾਉਣਾ, ਜੇ ਨਹੀਂ ਟਾਈਮ ਸਿਰ ਉੱਠਿਆ ਤਾਂ ਸਾਡਾ ਬਿਲਕੁਲ ਸੂਏ ਦੇ ਉੱਤੇ ਘਰ ਸੀ। ਸੂਏ ਦਾ ਪਾਣੀ ਇੰਨਾ ਸਾਰਾ, ਸੂਏ 'ਚ ਟੋਬੀ ਮਾਰ ਲੈਣੀ। ਹਾਂਜੀ। ਸੋ ਉੱਠ ਕੇ ਟ੍ਰੇਨ ਲੈਣੀ, ਮੁੜ ਕੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਖਾਲਸਾ ਕਾਲਜ ਦੇ ਸਕੂਲ, ਜਿਹੜਾ ਕਾਲਜ ਦੇ ਪਿਛਲੇ ਪਾਸੇ, ਮੇਰੇ ਖਿਆਲ 7-8 ਕਿਲੋਮੀਟਰ, ਹਾਂਜੀ। ਅਸੀਂ ਦੋਵਾਂ ਨੇ ਤੁਰ ਕੇ ਜਾਣਾ, ਮੁੜ ਕੇ ਤੁਰ ਕੇ ਵਾਪਸ ਆਉਣਾ, ਟ੍ਰੇਨ ਲੈਣੀ, ਪਿੰਡ ਆਉਣਾ। ਸੋ ਉਹ 3 ਸਾਲ ਬਹੁਤ ਔਖੇ। ਮੁੜ ਕੇ ਜਦੋਂ ਕਾਲਜ ਚਲੇ ਗਏ ਫਿਰ ਉੱਥੇ ਰਹਿਣ ਲੱਗ ਪਏ ਅੰਮ੍ਰਿਤਸਰ ਹੀ। ਫਿਰ ਥੋੜ੍ਹਾ ਜਿਹਾ ਕੰਮ ਸੌਖਾ ਹੋ ਗਿਆ ਅਤੇ ਮੈਂ ਤਾਂ ਕਹੂੰ ਫਿਰ ਹੋਸਟਲ ਲਾਈਫ ਜਿਹੜੀ ਇੰਜੋਏ ਕੀਤੀ ਕਾਫੀ ਬਹੁਤ, ਕਿਉਂਕਿ ਪੜ੍ਹ ਲਈ ਦੇ ਇਮਤਿਹਾਨ ਤੋਂ ਇੱਕ ਰਾਤ ਪਹਿਲਾਂ ਨੰਬਰ ਆ ਜਾਂਦੇ ਫਸਟ ਕਲਾਸ, ਵੰਡਰਫੁਲ। ਇਹੋ ਜਿਹੇ ਯਾਰ ਦੋਸਤ ਮੈਡਮ ਇੱਕ ਨਾ ਹੋਸਟਲ ਲਾਈਫ ਵਿੱਚ, ਤੂੰ ਹੋਸਟਲ ਲਾਈਫ 'ਚ ਨਹੀਂ ਰਹੀ, ਹੋਸਟਲ ਲਾਈਫ 'ਚ ਇੰਨੇ ਘੁਲ ਮਿਲ ਜਾਈਦਾ ਵਾ, ਭੈਣ ਭਰਾਵਾਂ ਨੂੰ ਜ਼ਿਆਦਾ ਹੋ ਜਾਂਦੇ। ਉਹ ਫਿਰ ਉਹ ਚੀਜ਼ ਜਿਹੜੀ ਪੁਰਾਣੀ ਯਾਦ ਰਹਿੰਦੀ ਆ, ਉਹਨਾਂ ਨਾਲ ਜਿੰਨੀ ਹੈ ਨਾ, ਜਿਹੜੀ ਨੇ ਕਿਹਾ ਕਿ ਜੋ ਬੈਲੈਂਸ ਰੱਖਣਾ, ਯਾਰਾਂ ਦੋਸਤਾਂ ਨਾਲ ਬੈਲੈਂਸ ਰੱਖਣਾ ਬਹੁਤ ਔਖਾ ਹੋ ਜਾਂਦਾ ਵਾ, ਕਿਉਂਕਿ ਉਹਨਾਂ ਨਾਲ ਕਈ ਉਲਟੇ ਸਿੱਧੇ ਕੰਮ ਵੀ ਹੋਸਟਲ ਲਾਈਫ ਦੇ ਵਿੱਚ ਕਰੀਦੇ। ਉਹ ਨਾਰਾਜ਼ ਹੋ ਗਏ ਨੇ ਤੁਹਾਡੇ ਨਾਲ। ਹੁਣ ਫਿਲਮ ਦੇਖਣ ਜਾਂਦੇ ਹੋ ਤੁਸੀਂ ਦੋਵੇਂ? ਨਹੀਂ, ਵਿਆਹ ਤੋਂ ਬਾਅਦ 2-4 ਵੇਖੀਆਂ ਹੋਣੀਆਂ, ਇਹ ਪਿਕਚਰਾਂ ਤੋਂ ਨਹੀਂ ਸੀਗੀ। ਅੱਛਾ, ਉਦੋਂ ਦੇ ਨਹੀਂ ਜਾਂਦੇ? ਕਹਿੰਦੇ ਹੋਣਗੇ ਵੀ ਲੋਕ ਕਹਿਣਗੇ ਵੀਸੀ ਫਿਲਮਾਂ ਦੇਖਦਾ ਫਿਰਦਾ ਹੈ। ਟਾਈਮ ਹੀ ਨਹੀਂ ਸੀ ਹੁੰਦਾ, ਘਰ ਹੀ ਨਹੀਂ ਸੀ ਆਉਂਦੇ, ਤੇ ਟੂਰ ਤੇ ਜ਼ਿਆਦਾ ਚਲੇ ਜਾਂਦੇ ਸੀ ਨਾ, ਦਿੱਲੀ ਚਲੇ ਗਏ, ਉੱਥੇ ਚਲੇ ਗਏ। ਨਹੀਂ, ਬਹੁਤ ਸੋਹਣੀਆਂ ਗੱਲਾਂ ਤੁਸੀਂ ਦੱਸੀਆਂ ਨੇ ਆਪਣੀ ਜ਼ਿੰਦਗੀ ਦੀਆਂ। ਸਫ਼ਰ ਤੁਹਾਡਾ ਬਹੁਤ ਲੰਮਾ ਹੈ ਤੇ ਬਹੁਤ ਸਾਰੀਆਂ ਗੱਲਾਂ ਅਣਸੁਣੀਆਂ ਵੀ ਰਹਿ ਗਈਆਂ ਨੇ, ਹਨਾ, ਕਿਉਂਕਿ ਵਕਤ ਹਮੇਸ਼ਾ ਖੁੱਲ੍ਹਾ ਚਾਹੀਦਾ ਹੁੰਦਾ ਇਹੋ ਜਿਹੀਆਂ ਗੱਲਾਂ ਸੁਣਨ ਲਈ। ਨਹੀਂ ਤਾਂ ਤੁਸੀਂ ਬਹੁਤ ਖੁੱਲ੍ਹਾ ਵਕਤ ਦਿੱਤਾ ਸਾਨੂੰ, ਥੈਂਕ ਯੂ ਸੋ ਮਚ। ਧੰਨਵਾਦ। ਮੈਨੂੰ ਖੁਦ ਨੂੰ ਬਹੁਤ ਚੰਗਾ ਲੱਗਿਆ ਕਿ ਮੈਂ ਤੁਹਾਡਾ ਤਜਰਬਾ ਸੁਣਿਆ, ਤੇ ਮੈਨੂੰ ਲੱਗਿਆ ਵੀ ਥੋੜ੍ਹੀਆਂ ਬਹੁਤੀਆਂ ਨਾਰਾਜ਼ਗੀਆਂ ਮੈਨੂੰ ਤੁਹਾਡੇ ਚਿਹਰੇ ਤੋਂ ਦਿਸ ਰਹੀਆਂ ਨੇ, ਜਿਹੜੀਆਂ ਇਹਨਾਂ ਨਾਲ ਹੋਣਗੀਆਂ, ਪਰ ਮੈਨੂੰ ਲੱਗਦਾ ਉਹਨਾਂ ਦਾ ਖੁਸ਼ਮਿਜ਼ਾਜ ਚਿਹਰਾ ਢੱਕ ਲੈਂਦਾ ਸਾਰੀਆਂ ਚੀਜ਼ਾਂ ਨੂੰ। ਸੋ ਇਹ ਸਨ ਬਲਦੇਵ ਸਿੰਘ ਢਿੱਲੋਂ ਜੀ ਤੇ ਉਹਨਾਂ ਦੇ ਧਰਮ ਪਤਨੀ ਮੈਮ ਪਰਮਜੀਤ ਕੌਰ। ਉਹਨਾਂ ਨੇ ਆਪਣਾ ਤਜਰਬਾ ਆਪਾਂ ਨੂੰ ਸੁਣਾਇਆ। ਅੱਜ ਕੱਲ੍ਹ ਜਿਹੜੀ ਇੱਕ ਬੜੀ ਵੱਡੀ ਹੋੜ ਲੱਗੀ ਹੋਈ ਹੈ ਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਵਿਆਹ ਹੈ ਉਹ ਸਿਰਫ ਬਾਹਰਲੇ ਮੁਲਕ ਜਿਨ੍ਹਾਂ ਦੀ ਅਸੀਂ ਰੀਸ ਕਰਦੇ ਹਾਂ, ਕਿ ਉੱਥੇ ਉਹਨਾਂ ਦਾ ਸੁਖਾਵਾਂ ਹੁੰਦਾ ਹੈ, ਕਿਉਂਕਿ ਉੱਥੇ ਬਹੁਤ ਸਾਰੇ ਮੌਕੇ ਹੁੰਦੇ ਆ ਕਿ ਜਦੋਂ ਜ਼ਿੰਦਗੀ 'ਚ ਤੁਸੀਂ ਰਿਸ਼ਤੇ ਦੇ ਵਿੱਚ ਅਕੇਵਾਂ ਮਹਿਸੂਸ ਕਰਦੇ ਹੋ ਤਾਂ ਉਹਨੂੰ ਝੱਟ ਤੋੜਨ ਦਾ ਜ਼ਰੀਆ ਜਿਹੜਾ ਬਹੁਤ ਜ਼ਿਆਦਾ ਔਖਾ ਨਹੀਂ ਹੁੰਦਾ। ਪਰ ਉਹਨਾਂ ਨੇ ਆਪਣੇ ਤਜਰਬੇ 'ਚੋਂ ਦੱਸਿਆ ਕਿ ਉਹ ਲੋਕ ਵੀ ਸਾਡੀਆਂ ਇਹਨਾਂ ਰਸਮਾਂ, ਇਹਨਾਂ ਰੀਤਾਂ ਨੂੰ ਬਹੁਤ ਤਰਜੀਹ ਦਿੰਦੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਵੱਲ ਮੁੜ ਕੇ ਆਉਣਗੇ। ਮੈਨੂੰ ਲੱਗਦਾ ਕਿ ਰਿਸ਼ਤਾ ਸੰਭਾਲਣ ਲਈ ਦੋਵਾਂ ਦਾ ਇਕੱਠੇ ਤੁਰਨਾ ਬਹੁਤ ਜ਼ਰੂਰੀ ਹੁੰਦਾ, ਪਰ ਜੇ ਕਿਤੇ ਕਿਸੇ ਕਾਰਨ ਬਸ, ਜਿਵੇਂ ਸਰ ਹਮੇਸ਼ਾ ਬਾਹਰ ਰਹੇ, ਉਹਨਾਂ ਨੇ ਪਰਿਵਾਰ ਲਈ ਆਰਥਿਕ ਜਿਹੜੇ ਵਸੀਲੇ ਸੀ ਉਹ ਬਹੁਤ ਜ਼ਿਆਦਾ ਉਚੇਚੇ ਨੇ ਜਿਹੜੇ ਜੁਟਾਏ ਨੇ, ਪਰ ਮੈਮ ਵੀ ਉਹਨਾਂ ਦੇ ਪਿੱਛੇ ਹਮੇਸ਼ਾ ਖੜੇ ਰਹੇ, ਉਹਨਾਂ ਨੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸੰਭਾਲਿਆ। ਤਾਂ ਇਸੇ ਤਰ੍ਹਾਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਇਹੋ ਜਿਹੇ ਮਸਲੇ ਆ ਜਾਣ ਤਾਂ ਮੈਨੂੰ ਲੱਗਦਾ ਅਸੀਂ ਇਹਨਾਂ ਦੇ ਰਿਸ਼ਤੇ ਤੋਂ ਸਿੱਖਿਆ ਲੈ ਸਕਦੇ ਹਾਂ ਕਿ ਭਾਵੇਂ ਭੂਮਿਕਾ ਸਾਡੀ ਵੱਖਰੀ ਵੱਖਰੀ ਹੋਵੇ, ਪਰ ਕਿਤੇ ਨਾ ਕਿਤੇ ਅਸੀਂ ਤੁਰ ਹਮੇਸ਼ਾ ਇੱਕ ਦੂਜੇ ਨਾਲ ਹੀ ਰਹੇ ਹੁੰਦੇ ਹਾਂ। ਅਤੇ ਇਹਨਾਂ ਦੇ ਰਿਸ਼ਤੇ ਤੋਂ ਸਾਨੂੰ ਸਿੱਖਣਾ ਚਾਹੀਦਾ। ਉਮੀਦ ਹੈ ਕਿ ਬਹੁਤ ਸਾਰੇ ਉਹ ਲੋਕ ਜਿਹੜੇ ਕਿਤੇ ਨਾ ਕਿਤੇ ਇਹ ਮਹਿਸੂਸ ਕਰਦੇ ਨੇ ਕਿ ਰਿਸ਼ਤਿਆਂ ਦੇ ਵਿੱਚੋਂ ਨਵਾਂਪਣ ਖਤਮ ਹੋ ਗਿਆ, ਜਾਂ ਨਿਭਾਉਣ ਦੀ ਜਿਹੜੀ ਇੱਕ ਦੂਜੇ ਨਾਲ ਰਹਿਣ ਦੀ ਜਿਹੜੀ ਇੱਛਾ ਹੈ ਉਹ ਹੁਣ ਉਸ ਤਰੀਕੇ ਦੀ ਨਹੀਂ ਰਹੀ ਜਿਹੜੀ ਪੁਰਾਣੇ ਲੋਕਾਂ 'ਚ ਸੀ, ਤਾਂ ਇਸ ਕਹਾਣੀ ਤੋਂ ਸਿੱਖ ਸਕਦੇ ਨੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਐਪੀਸੋਡ ਪਸੰਦ ਆਇਆ ਹੋਵੇਗਾ, ਅਤੇ ਅਗਲੀ ਵਾਰ ਫਿਰ ਤੋਂ ਇੱਕ ਨਵੇਂ ਜੋੜੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਵੀ ਬਹੁਤ ਬਹੁਤ।